हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅੱਜ ਅਸੀਂ ਦੋਸਤੋ ਕਰਨ ਜਾ ਰਹੇ ਹਾਂ ਸਿੱਖਣ ਦੇ ਨਿਯਮ। ਤਾਂ ਇਹ ਪੂਰੀ ਕਲਾਸ ਦੇ ਵਿੱਚ ਪਹਿਲਾਂ ਅਸੀਂ ਸਿੱਖਣ ਦੇ ਨਿਯਮਾਂ ਨੂੰ ਵਿਸਥਾਰ ਦੇ ਵਿੱਚ ਸਮਝਾਂਗੇ। ਇਸ ਤੋਂ ਬਾਅਦ ਦੋਸਤੋ ਅਸੀਂ ਇਸ ਦੇ ਨਾਲ ਰਿਲੇਟਡ ਪ੍ਰੀਵੀਅਸ ਈਅਰ ਦੇ ਵਿੱਚ ਕਿਸ ਤਰੀਕੇ ਨਾਲ ਕੁਐਸਚਨ ਪੁੱਛੇ ਗਏ ਨੇ ਉਹਨਾਂ ਪ੍ਰਸ਼ਨਾਂ ਨੂੰ ਵੀ ਆਪਾਂ ਨੇ ਡਿਸਕਸ ਕਰਨਾ ਹੈ ਲਾਸਟ ਦੇ ਵਿੱਚ। ਪਹਿਲਾਂ ਆਪਾਂ ਟੌਪਿਕ ਨੂੰ ਪੂਰਾ ਡਿਟੇਲ ਦੇ ਵਿੱਚ ਅੱਜ ਅਸੀਂ ਕਰਨਾ ਹੈ। ਦੇਖੋ ਦੋਸਤੋ, ਤੁਸੀਂ YouTube 'ਤੇ, ਇੰਸਟਾ 'ਤੇ, ਟੈਲੀਗ੍ਰਾਮ 'ਤੇ ਅਲੱਗ-ਅਲੱਗ ਅਕਾਊਂਟਸ ਨੇ ਆਪਣੇ ਇਹ, ਠੀਕ ਹੈ, ਸਟੱਡੀ ਫਾਈਟਰਸ ਦੇ ਨਾਂ 'ਤੇ ਅਲੱਗ-ਅਲੱਗ ਸੋਸ਼ਲ ਮੀਡੀਆ 'ਤੇ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਅਤੇ ਉਸ ਤੋਂ ਬਿਨਾਂ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਸਿੱਖਣ ਦੇ ਨਿਯਮ, ਯਾਨੀ ਕਿ ਲਾ ਆਫ ਲਰਨਿੰਗ। ਤਾਂ ਦੇਖੋ ਦੋਸਤੋ, ਥੋਰਨਡਾਈਕ ਹੈ ਜਿਹੜਾ, ਉਹ ਮੇਨ ਤੌਰ 'ਤੇ ਦੋ ਤਰ੍ਹਾਂ ਦੇ ਨਿਯਮਾਂ ਦੀ ਗੱਲ ਕਰਦਾ ਹੈ। ਇੱਕ ਤਾਂ ਉਹ ਆਖਦਾ ਪ੍ਰਾਇਮਰੀ ਲਾ, ਅਤੇ ਦੂਸਰੇ ਨੰਬਰ 'ਤੇ ਉਹ ਆਖਦਾ ਸੈਕੰਡਰੀ ਲਾ। ਪ੍ਰਾਇਮਰੀ ਲਾ ਕਿਹੜੇ ਨੇ, ਸੈਕੰਡਰੀ ਕਿਹੜੇ ਨੇ, ਉਹਨਾਂ ਨੂੰ ਆਪਾਂ ਅਲੱਗ-ਅਲੱਗ ਸਲਾਈਡਸ ਦੇ ਵਿੱਚ ਸਮਝਣ ਦੀ ਦੋਸਤੋ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਤੁਹਾਡੇ ਸਾਹਮਣੇ ਜੋ ਸਲਾਈਡ ਨਜ਼ਰ ਆ ਰਹੀ ਹੈ, ਇਹਦੇ ਵਿੱਚ ਜੋ ਤੁਹਾਡੇ ਸਾਹਮਣੇ 3 ਲਾ ਲਿਖੇ ਗਏ ਨੇ, ਇਹ ਨੇ ਦੋਸਤੋ ਪ੍ਰਾਇਮਰੀ ਲਾ। ਤਾਂ ਕੁੱਲ ਮਿਲਾ ਕੇ ਪਹਿਲਾਂ ਆਪਾਂ ਪ੍ਰਾਇਮਰੀ ਲਾ ਕਿਹੜੇ ਨੇ ਇਹਨਾਂ ਨੂੰ ਸਮਝਾਂਗੇ, ਠੀਕ ਹੈ। ਅਤੇ ਥੋਰਨਡਾਈਕ ਦੁਆਰਾ ਦਿੱਤੇ ਗਏ ਨੇ, ਇਹ ਚੀਜ਼ ਨੂੰ ਰੱਖਿਓ ਜੀ ਧਿਆਨ ਦੇ ਵਿੱਚ। ਅਤੇ ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਪਹਿਲਾ ਲਾ, ਜੋ ਕਿ ਹੈ ਤਤਪਰਤਾ ਦਾ ਨਿਯਮ, ਯਾਨੀ ਕਿ ਲਾ ਆਫ ਰੈਡੀਨੈਸ। ਤਾਂ ਇਸ ਦੀ ਅੱਗੇ ਵਿਆਖਿਆ ਵੀ ਆਪਾਂ ਸਮਝਾਂਗੇ। ਅਤੇ ਦੂਸਰਾ ਜੋ ਨਿਯਮ ਹੈ, ਇਹ ਗੱਲ ਕਰਦੇ ਅਭਿਆਸ ਦਾ ਨਿਯਮ, ਜਿਸ ਨੂੰ ਵਰਤੋਂ ਦਾ ਨਿਯਮ ਜਾਂ ਮੁਹਾਰਤ ਦਾ ਨਿਯਮ ਵੀ ਕਹਿ ਦਿੱਤਾ ਜਾਂਦਾ ਹੈ, ਯਾਨੀ ਕਿ ਲਾ ਆਫ ਐਕਸਰਸਾਈਜ਼। ਨੈਕਸਟ ਆਪਾਂ ਗੱਲ ਕਰਦੇ ਦੋਸਤੋ ਪ੍ਰਭਾਵ, ਯਾਨੀ ਕਿ ਇਫੈਕਟ ਦਾ ਨਿਯਮ, ਠੀਕ ਹੈ। ਤਾਂ ਇਸ ਦੀ ਆਪਾਂ ਅੱਗੇ ਗੱਲ ਕਰਾਂਗੇ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਗੱਲ ਕਰਦਾ ਜਿਸ ਦੇ ਵਿੱਚ ਕਿ ਪ੍ਰਭਾਵ ਦੇ ਬੇਸ 'ਤੇ ਕਿਸ ਤਰ੍ਹਾਂ ਅਸੀਂ ਸਿੱਖਦੇ ਹਾਂ। ਤਾਂ ਇਹ ਚੀਜ਼ਾਂ ਨੂੰ ਹੁਣ ਆਪਾਂ ਡਿਟੇਲ ਦੇ ਵਿੱਚ ਸਮਝਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਦੇ ਹਾਂ ਤਤਪਰਤਾ ਦਾ ਨਿਯਮ, ਯਾਨੀ ਕਿ ਲਾ ਆਫ ਰੈਡੀਨੈਸ। ਤਾਂ ਲਾ ਆਫ ਰੈਡੀਨੈਸ ਦੇਖੋ, ਇੱਥੇ ਇੱਕ ਸ਼ਬਦ ਹੈ ਰੈਡੀ, ਮਤਲਬ ਇੱਥੋਂ ਚੱਕੋ ਵੀ ਰੈਡੀ ਹੋਣਾ। ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਲਈ ਰੈਡੀ ਹਾਂ, ਮਤਲਬ ਆਪਾਂ ਤਤਪਰ ਹਾਂ, ਆਪਾਂ ਅੰਦਰੋਂ ਸਿੱਖਣ ਦੀ ਚਾਹਨਾ ਆਪਣੇ ਵਿੱਚ ਹੈਗੀ ਹੈ, ਤਾਂ ਆਪਾਂ ਕੋਈ ਵੀ ਚੀਜ਼ ਨੂੰ ਵਧੀਆ ਤਰੀਕੇ ਨਾਲ ਸਿੱਖ ਸਕਾਂਗੇ। ਇਹੀ ਗੱਲ ਕਰਦਾ ਥੋਰਨਡਾਈਕ। ਕੀ ਆਖਦਾ ਇਹ, ਕਹਿੰਦਾ ਤਤਪਰਤਾ ਦਾ ਨਿਯਮ ਆਪਾਂ ਨੂੰ ਸਿੱਖਣ ਵਿੱਚ ਸਹਾਇਕ ਹੋਏਗਾ। ਮਤਲਬ ਕਿ ਬੱਚੇ ਨੇ ਜਿਹੜੀ ਚੀਜ਼ ਸਿੱਖਣੀ ਹੈ, ਉਸ ਦੀ ਪਹਿਲਾਂ ਜੇਕਰ ਉਸ ਦੀ ਤਿਆਰੀ ਕੀਤੀ ਹੋਏਗੀ, ਉਸ ਪ੍ਰਤੀ ਉਹ ਤਤਪਰ ਹੋਏਗਾ, ਤਾਂ ਉਹ ਵਧੀਆ ਤਰੀਕੇ ਨਾਲ ਸਿੱਖ ਸਕੇਗਾ। ਤਾਂ ਨੰਬਰ 1 ਉਹ ਤਤਪਰਤਾ ਦੀ ਗੱਲ ਕਰਦਾ, ਜਿਹਨੂੰ ਤਿਆਰੀ ਦਾ ਨਿਯਮ ਵੀ ਅਸੀਂ ਕਹਿ ਦਿੰਦੇ ਹਾਂ। ਇਸ ਤੋਂ ਬਿਨਾਂ ਦੋਸਤੋ ਜੇਕਰ ਆਪਾਂ ਗੱਲ ਕਰੀਏ ਦੂਸਰਾ ਨਿਯਮ, ਪ੍ਰਾਇਮਰੀ ਨਿਯਮ ਡਿਸਕਸ ਕਰ ਰਹੇ ਹਾਂ ਆਪਾਂ, ਤਾਂ ਦੂਸਰਾ ਨਿਯਮ ਹੈ ਦੋਸਤੋ ਅਭਿਆਸ ਦਾ ਨਿਯਮ, ਯਾਨੀ ਕਿ ਲਾ ਆਫ ਐਕਸਰਸਾਈਜ਼। ਤਾਂ ਲਾ ਆਫ ਐਕਸਰਸਾਈਜ਼ ਦੇ ਵਿੱਚ ਕੀ ਗੱਲ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਵਾਰ-ਵਾਰ ਅਭਿਆਸ ਕਰਦੇ ਹਾਂ, ਕਿਸੇ ਚੀਜ਼ ਦੀ ਆਪਾਂ ਵਾਰ-ਵਾਰ ਪ੍ਰੈਕਟਿਸ ਕਰਦੇ ਹਾਂ, ਵਾਰ-ਵਾਰ ਉਹ ਚੀਜ਼ ਨੂੰ ਆਪਾਂ ਵਰਤੋਂ 'ਚ ਲੈ ਕੇ ਆਉਂਦੇ ਹਾਂ, ਤਾਂ ਇਸ ਤਰੀਕੇ ਨਾਲ ਆਪਾਂ ਸਿੱਖਦੇ ਹਾਂ। ਮਤਲਬ ਕਿ ਉਹ ਅਭਿਆਸ ਦੀ ਗੱਲ ਕਰਦਾ। ਉਹ ਕੀ ਆਖਦਾ, ਕਹਿੰਦੇ ਜਦੋਂ ਆਪਾਂ ਕਿਸੇ ਚੀਜ਼ ਦੀ ਵਾਰੋ-ਵਾਰ ਵਰਤੋਂ ਕਰੀ ਗਏ, ਤਾਂ ਇਸ ਨੂੰ ਕਈ ਵਾਰ ਵਰਤੋਂ ਦਾ ਨਿਯਮ ਅਤੇ ਮੁਹਾਰਤ ਦਾ ਨਿਯਮ ਜਾਂ ਨੇਮ ਵੀ ਕਹਿ ਦਿੱਤਾ ਜਾਂਦਾ। ਮੁਹਾਰਤ ਦਾ ਨੇਮ, ਵਰਤੋਂ ਦਾ ਨੇਮ, ਇੱਦਾਂ, ਠੀਕ ਹੈ। ਜਿਹਨੂੰ ਧਿਆਨ ਦੇ ਵਿੱਚ ਰੱਖਿਓ। ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਵਿਦਿਆਰਥੀ ਹੈ, ਉਹ ਅੱਖਰਾਂ ਨੂੰ ਸਹੀ ਨਹੀਂ ਲਿਖ ਰਿਹਾ, ਆਪਾਂ ਨੇ ਉਹਨੂੰ ਅੱਖਰ ਸਹੀ ਲਿਖਣੇ ਸਿਖਾਉਣੇ ਨੇ, ਮਤਲਬ ਕਿ ਉਹਦੀ ਲਿਖਾਈ 'ਚ ਸੁਧਾਰ ਕਰਨਾ ਹੈ, ਸ਼ੁੱਧ ਉਚਾਰਨ ਉਸ ਦਾ ਆਪਾਂ ਨੇ ਕਰਨਾ ਹੈ ਨਾ। ਤਾਂ ਇਸ ਤਰੀਕੇ ਨਾਲ ਆਪਾਂ ਉਸ ਨੂੰ ਕੀ ਕਹਾਂਗੇ ਵੀ ਇਹ ਚੀਜ਼ ਨੂੰ ਵਾਰ-ਵਾਰ ਕਰ। ਜਦੋਂ ਉਹ ਚੀਜ਼ਾਂ ਨੂੰ ਵਾਰ-ਵਾਰ ਕਰੇਗਾ, ਤਾਂ ਉਹ ਉਸ ਦੀ ਆਦਤ ਬਣ ਜਾਵੇਗੀ। ਤਾਂ ਆਦਤ ਨਿਰਮਾਣ, ਯਾਨੀ ਕਿ ਹੈਬਿਟ ਫਾਰਮੇਸ਼ਨ ਵੀ ਇਸ ਦੇ ਵਿੱਚ ਹੀ ਆਉਂਦਾ, ਠੀਕ ਹੈ। ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਮਤਲਬ ਕਿ ਵੀ ਆਦਤ ਨਿਰਮਾਣ ਕਿਸ ਨਿਯਮ ਦੇ ਅੰਦਰ ਆਏਗਾ, ਤਾਂ ਉਹ ਵੀ ਅਭਿਆਸ ਦੇ ਨਿਯਮ ਦੇ ਅੰਦਰ ਹੀ ਆਏਗਾ। ਇਸ ਨੂੰ ਵਰਤੋਂ ਦਾ ਨਿਯਮ ਜਾਂ ਮੁਹਾਰਤ ਦਾ ਨਿਯਮ ਵੀ ਕਹਿ ਦਿੰਦੇ ਹਾਂ। ਅਤੇ ਇਸ ਦੇ ਵਿੱਚ ਦੋ ਚੀਜ਼ਾਂ ਹੋਰ ਇੰਪੋਰਟੈਂਟ ਦੋਸਤੋ ਬਣ ਜਾਂਦੀਆਂ ਨੇ। ਨੰਬਰ 1 ਹੈ ਉਪਯੋਗ, ਯਾਨੀ ਕਿ ਲਾ ਆਫ ਯੂਜ਼, ਅਤੇ ਇੱਕ ਹੈ ਅਣਉਪਯੋਗ, ਯਾਨੀ ਕਿ ਲਾ ਆਫ ਡਿਸਯੂਜ਼। ਕਹਿਣ ਦਾ ਭਾਵ ਸਿੰਪਲ ਜੀ ਗੱਲ ਹੈ, ਕੋਈ ਵੀ ਚੀਜ਼ ਹੈ ਜੋ ਤੁਸੀਂ ਨੇ ਬਚਪਨ ਵਿੱਚ ਸਿੱਖੀ ਸੀ, ਫੋਰ ਐਗਜ਼ਾਮਪਲ ਤੁਸੀਂ ਬਚਪਨ ਵਿੱਚ ਕੋਈ ਚੀਜ਼ ਸਿੱਖੀ ਸੀ, ਉਹ ਚੀਜ਼ ਨੂੰ ਤੁਸੀਂ ਅੱਜ ਵੀ ਵਰਤ ਰਹੇ ਹੋ। ਤੁਸੀਂ ਬਚਪਨ ਦੇ ਵਿੱਚ ਆਪਣਾ ਨਾਮ ਪੜ੍ਹਨਾ ਸਿੱਖਿਆ ਸੀ, ਅਤੇ ਅੱਜ ਉਹਦੀ ਫਾਸਟ ਪ੍ਰੈਕਟਿਸ ਹੈ, ਕਿਉਂਕਿ ਵਰਤੋਂ ਦੇ ਵਿੱਚ ਆ ਰਿਹਾ ਹੈ। ਹੋ ਸਕਦਾ ਕਿਸੇ ਰਾਈਟਰ ਦਾ ਨਾਂ ਸੀ, ਤੁਸੀਂ ਬਚਪਨ ਦੇ ਵਿੱਚ ਯਾਦ ਕਰ ਲਿਆ ਸੀ, ਉਹਨੂੰ ਤੁਸੀਂ ਹੁਣ ਵਰਤ ਨਹੀਂ ਰਹੇ, ਮਤਲਬ ਕਿ ਡਿਸਯੂਜ਼ ਹੈ, ਉਹਦੀ ਵਰਤੋਂ ਨਹੀਂ ਹੋ ਰਹੀ, ਅਣਉਪਯੋਗ ਹੈ ਉਹ ਚੀਜ਼, ਤਾਂ ਉਹ ਚੀਜ਼ ਆਪਾਂ ਭੁੱਲਦੇ ਵੀ ਜਾ ਰਹੇ ਹਾਂ, ਹੈ ਨਾ। ਤਾਂ ਇਸ ਤਰ੍ਹਾਂ ਜਿਹੜੀ ਚੀਜ਼ ਦੀ ਆਪਾਂ ਵਾਰ-ਵਾਰ ਵਰਤੋਂ ਕਰਦੇ ਰਹਿੰਦੇ, ਉਪਯੋਗ ਕਰਦੇ ਰਹਿੰਦੇ, ਉਹ ਚੀਜ਼ ਆਪਣੀ ਯਾਦ ਰਹਿੰਦੀ ਹੈ। ਜਿਹੜੀ ਚੀਜ਼ ਦੀ ਆਪਾਂ ਵਰਤੋਂ ਨਹੀਂ ਕਰਦੇ, ਉਹ ਆਪਾਂ ਹੌਲੀ-ਹੌਲੀ ਭੁੱਲਣੀ ਸ਼ੁਰੂ ਕਰ ਦਿੰਦੇ ਹਾਂ। ਤਾਂ ਇਹ ਦੋ ਚੀਜ਼ਾਂ ਜਿਹੜੀਆਂ ਇਹ ਵੀ ਅਭਿਆਸ ਦੇ ਨਿਯਮ ਦੇ ਵਿੱਚ ਕਵਰ ਹੋਣਗੀਆਂ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਦੋਸਤੋ ਪ੍ਰਾਇਮਰੀ ਤੀਸਰਾ ਨਿਯਮ ਹੈ ਪ੍ਰਭਾਵ ਦਾ ਨਿਯਮ। ਤਾਂ ਪ੍ਰਭਾਵ ਦਾ ਨਿਯਮ ਯਾਨੀ ਕਿ ਲਾ ਆਫ ਇਫੈਕਟ। ਇਹਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਆਪਾਂ ਨੇ ਤੇ ਕੁਝ ਚੀਜ਼ਾਂ ਦਾ ਇਫੈਕਟ ਪੈਂਦਾ ਹੈ, ਤਾਂ ਉਹ ਇਫੈਕਟ ਦੇ ਬੇਸ 'ਤੇ ਆਪਾਂ ਕੀ ਕਰਦੇ ਹਾਂ, ਸਿੱਖਦੇ ਹਾਂ। ਆਪਾਂ ਇੱਕ ਉਦਾਹਰਨ ਦਿੰਦੇ ਤੁਹਾਨੂੰ, ਮੰਨ ਕੇ ਚੱਲੋ ਕਿ ਬੱਚੇ ਨੇ ਕੋਈ ਕੰਮ ਕੀਤਾ, ਤਾਂ ਉਹ ਕੰਮ ਕਰਕੇ ਹੋ ਸਕਦਾ ਉਸ 'ਤੇ ਦੁੱਖ ਲੱਗਿਆ। ਮੰਨ ਕੇ ਚੱਲੋ ਉਹਨੇ ਕਿਸੇ ਚੀਜ਼ ਦੇ ਵਿੱਚ ਆਪਣਾ ਹੱਥ ਫਸਾ ਲਿਆ, ਤਾਂ ਉਹ ਦੁੱਖ ਲੱਗਿਆ। ਅਗਲੀ ਵਾਰ ਉਹ ਸਿੱਖ ਗਿਆ, ਉਹ ਉੱਥੇ ਹੱਥ ਨਹੀਂ ਫਸਾਉਂਦਾ। ਮਤਲਬ ਕਿ ਅੱਗ ਦੇ ਕੋਲ ਹੱਥ ਲੈ ਕੇ ਜਾ ਰਿਹਾ ਸੀ ਬੱਚਾ, ਅੱਗ ਨੇ ਉਹਦੇ ਹੱਥ ਸਾੜਤਾ, ਤਾਂ ਉਹ ਅਗਲੀ ਵਾਰ ਉੱਥੇ ਨਹੀਂ ਲੈ ਕੇ ਜਾਊਗਾ, ਕਿਉਂਕਿ ਉੱਥੇ ਪੇਨ ਹੋਇਆ ਉਹਨੂੰ।
ਤਾਂ ਪੇਨ ਹੋਇਆ ਤਾਂ ਉਹ ਅਗਲੀ ਵਾਰ ਉੱਥੇ ਨਹੀਂ ਲੈ ਕੇ ਜਾਊਗਾ ਆਪਣੇ ਹੈਂਡ ਨੂੰ। ਅਤੇ ਇਸ ਦੇ ਉਲਟ ਇਹ ਵੀ ਤਾਂ ਹੋ ਸਕਦਾ ਸੀ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਬੱਚਾ ਕਰ ਰਿਹਾ ਅਤੇ ਉਹਨੂੰ ਉੱਥੋਂ ਖੁਸ਼ੀ ਮਿਲ ਰਹੀ ਹੈ, ਪਲੈਜ਼ਰ ਯਾਨੀ ਕਿ ਪ੍ਰਸੰਨਤਾ ਮਿਲ ਰਹੀ ਹੈ, ਤਾਂ ਉਹ ਚੀਜ਼ਾਂ ਨੂੰ ਉਹ ਵਾਰੀ ਕਰੇਗਾ। ਤਾਂ ਆਪਾਂ ਬੱਚੇ 'ਤੇ ਇਹ ਉਦਾਹਰਨ ਲਗਾਈ, ਤਾਂ ਇਸੇ ਤਰ੍ਹਾਂ ਇਹ ਉਦਾਹਰਨ ਕੀ ਬਣ ਗਈ, ਪਲੈਜ਼ਰ ਔਰ ਪੇਨ। ਮਤਲਬ ਕਿ ਕੁਝ ਥਾਵਾਂ 'ਤੇ ਆਪਾਂ ਨੂੰ ਖੁਸ਼ੀ ਮਿਲਦੀ ਹੈ, ਪ੍ਰਸੰਨਤਾ ਮਿਲਦੀ, ਤਾਂ ਉਹ ਕੰਮਾਂ ਨੂੰ ਵਾਰ ਕਰਦੇ ਹਾਂ। ਮਤਲਬ ਕੰਮ ਦਾ ਪ੍ਰਭਾਵ ਪਿਆ ਆਪਣੇ 'ਤੇ, ਆਪਾਂ ਨੇ ਕੋਈ ਕੰਮ ਕੀਤਾ, ਦੁੱਖ ਮਿਲਿਆ ਤਾਂ ਆਪਾਂ ਉਹ ਨਹੀਂ ਕਰਾਂਗੇ, ਸੁੱਖ ਮਿਲਿਆ, ਖੁਸ਼ੀ ਮਿਲੀ, ਪ੍ਰਸੰਨਤਾ ਮਿਲੀ, ਤਾਂ ਉਹ ਕੰਮ ਆਪਾਂ ਵਾਰ ਕਰਾਂਗੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਕਿਸੇ ਵੀ ਚੀਜ਼ ਦਾ ਜਦੋਂ ਆਪਣੇ 'ਤੇ ਪ੍ਰਭਾਵ ਪੈਂਦਾ ਤਾਂ ਆਪਾਂ ਸਿੱਖਦੇ ਹਾਂ। ਤਾਂ ਥੋਰਨਡਾਈਕ ਇਸ ਚੀਜ਼ ਦੀ ਗੱਲ ਕਰਦਾ ਹੈ, ਕਹਿੰਦਾ ਇਫੈਕਟ ਦੇ ਬੇਸ 'ਤੇ ਵੀ ਆਪਾਂ ਸਿੱਖਦੇ ਹਾਂ। ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਆਪਾਂ ਸੈਟਿਸਫੈਕਸ਼ਨ ਅਤੇ ਡਿਸਸੈਟਿਸਫੈਕਸ਼ਨ। ਕੋਈ ਕੰਮ ਕੀਤਾ, ਆਪਾਂ ਨੇ ਮੰਨ ਕੇ ਚੱਲੋ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਕੋਈ ਟੋਪਿਕ ਸਮਝਣਾ ਸੀ, ਤੁਸੀਂ ਕੋਈ ਵੀਡੀਓ ਖੋਲ੍ਹੀ, ਕੋਈ ਚੈਨਲ 'ਤੇ ਵੀਡੀਓ ਖੋਲ੍ਹੀ, ਉਹ ਵੀਡੀਓ ਨੇ ਤੁਹਾਨੂੰ ਸੈਟਿਸਫਾਈ ਕਰਤਾ ਵੀ ਸਾਰੀਆਂ ਚੀਜ਼ਾਂ ਤੁਹਾਡੇ ਡਾਊਟਸ ਨੇ ਜਿਹੜੇ ਉਹ ਕਲੀਅਰ ਹੋ ਗਏ, ਤਾਂ ਤੁਸੀਂ ਸੈਟਿਸਫਾਈ ਹੋ ਗਏ। ਅਗਲੀ ਵਾਰ ਤੁਸੀਂ ਸਿੱਖਣ ਲਈ ਉੱਥੇ ਆਓਗੇ ਕਿਉਂਕਿ ਉਹ ਕੰਮ ਦਾ ਤੁਹਾਡੇ 'ਤੇ ਪ੍ਰਭਾਵ ਪਿਆ ਹੈ। ਅਤੇ ਜਿੱਥੋਂ ਆਪਾਂ ਸੈਟਿਸਫਾਈ ਨਹੀਂ ਹੋਏ ਆਪਾਂ ਉੱਥੇ ਦੁਬਾਰਾ ਜਾਂਦੇ ਨਹੀਂ, ਆਪਾਂ ਡਿਸਸੈਟਿਸਫਾਈ ਹਾਂ ਤਾਂ ਉੱਥੇ ਆਪਾਂ ਦੁਬਾਰਾ ਉਹ ਕੰਮ ਨਹੀਂ ਕਰਾਂਗੇ। ਤਾਂ ਕਹਿਣ ਦਾ ਭਾਵ ਸੈਟਿਸਫੈਕਸ਼ਨ, ਡਿਸਸੈਟਿਸਫੈਕਸ਼ਨ ਇਹ ਚੀਜ਼ਾਂ ਵੀ ਇਸ ਦੇ ਵਿੱਚ ਦੋਸਤੋ ਸ਼ਾਮਲ ਨੇ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਰਿਵਾਰਡ ਔਰ ਪੁਨਿਸ਼ਮੈਂਟ, ਇਹਦੇ ਨਾਲ ਰਿਲੇਟਡ ਕੁਐਸਚਨ ਵੀ ਪੁੱਛਿਆ ਜਾ ਚੁੱਕਿਆ, ਆਪਾਂ ਲਾਸਟ 'ਚ ਡਿਸਕਸ ਕਰਾਂਗੇ। ਰਿਵਾਰਡ ਦਾ ਅਰਥ ਹੈ ਕੁਛ ਇਨਾਮ ਦੇਣਾ, ਮਤਲਬ ਕਿ ਬੱਚੇ ਨੂੰ, ਆਪਾਂ ਨੇ ਬੱਚਾ ਹੈ ਜਿਹੜਾ ਉਸ ਨੂੰ ਕੁਝ ਸਿਖਾਉਣ ਲਈ ਆਪਾਂ ਕਹਿ ਰਹੇ ਹਾਂ ਬੱਚੇ ਜੇ ਤੂੰ ਇਹ ਕਰੇਗਾ, ਮੈਨੂੰ ਇਹ ਚੀਜ਼ ਲਿਖ ਕੇ ਦਿਖਾਏਗਾ, ਮੈਂ ਤੈਨੂੰ ਇੱਕ ਇਹ ਇਨਾਮ ਦੇਵਾਂਗਾ, ਤੂੰ ਇੰਨੇ ਨੰਬਰ ਲਵੇਂਗਾ, ਤੈਨੂੰ ਇਹ ਰਿਵਾਰਡ ਦਿੱਤਾ ਜਾਵੇਗਾ। ਤਾਂ ਇੱਦਾਂ ਉਸ ਨੂੰ ਆਪਾਂ ਕੁਝ ਮਤਲਬ ਪੁਰਸਕਾਰ ਦੇ ਰਹੇ ਹਾਂ, ਇਨਾਮ ਦੇ ਰਹੇ ਹਾਂ, ਤਾਂ ਬੱਚਾ ਉਸ ਦੇ ਕਰਕੇ, ਰਿਵਾਰਡ ਦੇ ਕਰਕੇ ਸਿੱਖ ਰਿਹਾ ਹੈ। ਅਤੇ ਇਹਦੇ ਉਲਟ ਕੀ ਹੋ ਸਕਦਾ ਹੈ, ਬੱਚਾ ਪੁਨਿਸ਼ਮੈਂਟ ਤੋਂ ਡਰਦਾ ਵੀ ਮੈਨੂੰ ਸਜ਼ਾ ਨਾ ਮਿਲੇ, ਪੁਨਿਸ਼ਮੈਂਟ ਨਾ ਦਿੱਤੀ ਜਾਵੇ, ਇਸ ਦੇ ਪੱਖੋਂ ਵੀ ਉਹ ਸਿੱਖਦਾ। ਤਾਂ ਕੁੱਲ ਮਿਲਾ ਕੇ ਪੁਨਿਸ਼ਮੈਂਟ ਹੋਈ, ਰਿਵਾਰਡ ਹੋਇਆ, ਸੈਟਿਸਫੈਕਸ਼ਨ ਹੋਈ, ਪੇਨ ਹੋਇਆ, ਪਲੈਜ਼ਰ ਹੋਇਆ, ਇਹ ਸਭ ਚੀਜ਼ਾਂ ਦਾ ਸਾਡੇ 'ਤੇ ਪ੍ਰਭਾਵ ਪੈਂਦਾ ਹੈ, ਇਫੈਕਟ ਪੈਂਦਾ ਹੈ, ਫਿਰ ਹੀ ਅਸੀਂ ਸਿੱਖਦੇ ਹਾਂ। ਥੋਰਨਡਾਈਕ ਦਾ ਜਿਹੜਾ ਨਿਯਮ ਹੈ ਉਹ ਇਸ ਇਫੈਕਟਾਂ ਦੀ ਗੱਲ ਕਰਦਾ ਹੈ। ਠੀਕ ਹੈ ਦੋਸਤੋ, ਇਸ ਤਰੀਕੇ ਨਾਲ ਆਪਾਂ ਨੇ ਇਹ ਚੀਜ਼ ਨੂੰ ਸਮਝ ਲਿਆ ਹੈ। ਅਤੇ ਨੈਕਸਟ ਆਪਾਂ ਗੱਲ ਕਰਾਂਗੇ ਕਿ ਥੋਰਨਡਾਈਕ ਨੇ ਕੁਝ ਨਿਯਮ ਦਿੱਤੇ ਨੇ ਜਿਨ੍ਹਾਂ ਨੂੰ ਅਸੀਂ ਸੈਕੰਡਰੀ ਨਿਯਮ ਆਖਦੇ ਹਾਂ। ਮਤਲਬ ਇਹ ਮੁੱਢਲੇ ਨਿਯਮ ਸੀ ਜਿਹੜੇ ਆਪਾਂ ਨੇ ਹੁਣ ਤੱਕ ਡਿਸਕਸ ਕੀਤੇ ਨੇ, ਤਾਂ ਬੇਸਿਕ ਯਾਨੀ ਕਿ ਪ੍ਰਾਇਮਰੀ ਨਿਯਮ ਸੀ। ਹੁਣ ਆਪਾਂ ਡਿਸਕਸ ਕਰਾਂਗੇ ਦੋਸਤੋ ਅੱਗੇ ਸੈਕੰਡਰੀ ਨਿਯਮ। ਤਾਂ ਸੈਕੰਡਰੀ ਨਿਯਮ ਦੇ ਵਿੱਚ ਸਭ ਤੋਂ ਬੈਸਟ ਚੀਜ਼ ਨੰਬਰ ਪਹਿਲ 'ਤੇ ਇਹ ਗੱਲ ਕਰਦਾ ਨਵੀਨਤਾ ਦੀ। ਠੀਕ ਹੈ, ਤਾਂ ਨਵੀਨਤਾ ਦੇ ਵਿੱਚ ਕੀ ਹੈ ਦੋਸਤੋ ਕਿ ਕੋਈ ਵੀ ਚੀਜ਼ ਕਈ ਵਾਰ ਨਵੀਂ ਹੈ, ਮਤਲਬ ਨਵੀਂ ਚੀਜ਼ ਯਾਦ ਰਹਿੰਦੀ। ਇੱਕ ਨਵੀਨਤਾ ਦਾ ਅਰਥ ਇੱਥੇ ਇਹ ਵੀ ਹੈ ਕਿ ਜਿਹੜੀ ਚੀਜ਼ ਆਪਾਂ ਨੇ ਰੀਸੈਂਟਲੀ ਪੜ੍ਹੀ ਹੋਵੇ, ਦੇਖੋ ਇੱਥੇ ਸ਼ਬਦ ਹੈ, ਠੀਕ ਹੈ, ਰੀਸੈਂਟਲੀ ਤੋਂ ਬਣਿਆ ਇਹ ਸ਼ਬਦ, ਰੀਨੈਂਸੀ ਸ਼ਬਦ ਜਿਹੜਾ ਮਤਲਬ ਨਵੀਨਤਾ, ਇਹ ਰੀਨੈਂਸੀ ਰੀਸੈਂਟਲੀ, ਮਤਲਬ ਕਿ ਤੁਸੀਂ 5 ਟੋਪਿਕ ਪੜ੍ਹਨੇ ਸੀ, ਤੁਸੀਂ ਮੰਨ ਕੇ ਚਲੋ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ, 5 ਟੋਪਿਕਸ ਪੜ੍ਹਨੇ ਨੇ ਤੁਸੀਂ, ਉਹਦੇ ਨਾਲ ਰਿਲੇਟਡ ਜਿਹੜਾ ਟੋਪਿਕ ਤੁਸੀਂ ਲਾਸਟ 'ਤੇ ਪੜ੍ਹਿਆ ਉਹ ਤੁਹਾਡੇ ਜ਼ਿਆਦਾ ਯਾਦ ਰਹੂਗਾ। ਮਤਲਬ ਕਿ ਜਿਹੜੀ ਚੀਜ਼ ਆਪਾਂ ਨੇ ਰੀਸੈਂਟਲੀ ਕੀਤੀ ਉਹ ਚੀਜ਼ ਆਪਣੀ ਜ਼ਿਆਦਾ ਯਾਦ ਹੈ। ਕਈ ਵਾਰ ਕੀ ਹੁੰਦਾ ਹੈ ਕਿ ਫੋਰ ਐਗਜ਼ਾਮਪਲ ਹੁਣ 2023 ਦਾ ਸਾਲ ਚੱਲ ਰਿਹਾ ਹੈ ਨਾ, ਆਪਾਂ 2023 ਸਾਲ ਦੇ ਵਿੱਚ 2023 ਇੰਨੇ ਵਾਰ ਲਿਖ ਲਾਂਗੇ, ਇਹ ਸ਼ਬਦ 2023 ਇੰਨੇ ਵਾਰ ਲਿਖ ਲਾਂਗੇ ਵੀ ਚੀਜ਼ ਆਪਣੇ ਮਾਈਂਡ 'ਚ ਫਿੱਟ ਹੋ ਜੂਗੀ, ਸਿੱਖ ਜਾਂਗੇ ਆਪਾਂ ਇਹਨੂੰ। ਉਸ ਤੋਂ ਬਾਅਦ ਜਨਵਰੀ ਦੇ ਵਿੱਚ ਜਦੋਂ 2024 ਚੜੂਗਾ ਨਾ, ਤਾਂ ਆਪਾਂ ਬਹੁਤੀਆਂ ਥਾਵਾਂ 'ਤੇ 2023 ਹੀ ਲਿਖੀ ਜਾਵਾਂਗੇ ਕਿਉਂਕਿ ਉਹ ਚੀਜ਼ ਰੀਸੈਂਟਲੀ ਆਪਾਂ ਯੂਜ਼ ਕਰ ਚੁੱਕੇ ਹਾਂ। ਮਤਲਬ ਨਵੀਨਤਾ ਆਪਣੇ ਮਾਈਂਡ ਦੇ ਵਿੱਚ ਉਹ ਚੀਜ਼ ਹਾਲੇ ਪਈ ਹੈ, ਜਦ ਕਿ 24 ਜਦੋਂ ਚੜ੍ਹੇ ਆਪਾਂ 22 ਨਹੀਂ ਲਿਖਦੇ ਕਿਉਂਕਿ 22 ਵਾਲੀ ਚੀਜ਼ ਸਕਿਪ ਹੋ ਗਈ, ਉਹ ਦੂਰ ਚਲੀ ਗਈ। ਆਪਾਂ ਕੀ ਹੈ, ਹਾਂ ਜਦੋਂ 23 ਚੜ੍ਹਿਆ ਸੀ ਤਾਂ ਆਪਾਂ ਉਦੋਂ 22 ਲਿਖ ਰਹੇ ਸੀ, ਉਦੋਂ ਆਪਾਂ ਨੇ 21 ਨਹੀਂ ਲਿਖਿਆ, ਕਿਉਂਕਿ 22 ਰੀਸੈਂਟਲੀ ਆਪਾਂ ਨੇ ਪੜ੍ਹਿਆ ਸੀ, ਰੀਸੈਂਟਲੀ ਆਪਾਂ ਨੇ ਸਿੱਖੀ ਸੀ 22 ਲਿਖਣਾ, ਕੋਈ ਡੇਟ ਪਾਉਂਦੇ ਸੀ ਆਪਾਂ ਉਹਦੇ 'ਚ 2022 ਲਿਖਦੇ ਸੀ। ਤਾਂ 23 ਦੇ ਪਹਿਲੇ ਮਹੀਨੇ ਵੀ ਆਪਾਂ ਉਹ ਚੀਜ਼ ਕਰਦੇ ਰਹੇ, ਉਸ ਤੋਂ ਬਾਅਦ 23 ਲਿਖੇ ਗਏ, ਇਹ ਚੀਜ਼ਾਂ ਆਪਾਂ ਸਿੱਖ ਗਏ ਲਿਖਣਾ, ਪੂਰਾ ਡੇਟ ਪਾਉਂਦੇ ਹੋਏ ਫਾਸਟ ਲਿਖਣਾ ਸਿੱਖ ਗਏ। 24 ਚੜੂਗਾ ਤਾਂ ਉਹਦੇ ਵਿੱਚ ਆਪਾਂ ਪਹਿਲੇ ਹਫ਼ਤੇ ਹੈ ਨਾ, ਸਾਲ ਦੇ ਪਹਿਲੇ ਹਫ਼ਤੇ ਲੱਗਦੇ 2023 ਪਾਈ ਚਲੀ ਡੇਟਾਂ ਦੇ ਵਿੱਚ, ਕਿਉਂਕਿ ਉਹ ਚੀਜ਼ ਆਪਾਂ ਨੇ ਰੀਸੈਂਟਲੀ ਪੜ੍ਹੀ ਹੈ। ਸਮਝ ਰਹੇ ਹੋ ਵੀ ਨਵੀਨਤਾ ਉਹਦੇ ਵਿੱਚ ਵੀ ਨਵੀਂ ਹੈ, ਉਹ ਨਵੀਂ ਤਾਜ਼ੀ ਪੜ੍ਹੀ ਹੋਈ, ਆਪਾਂ ਕਹਿ ਦਿੰਦੇ ਵੀ ਇਹ ਪੜ੍ਹ ਲਓ, ਤਾਜ਼ਾ ਪੜ੍ਹਿਆ ਯਾਦ ਰਹਿੰਦਾ, ਉਹ ਚੀਜ਼ ਹੋ ਗਈ। ਉੱਥੇ ਨਵੀਨਤਾ ਦੀ ਗੱਲ ਹੈ, ਇਸ ਕਰਕੇ ਉਹ ਚੀਜ਼ ਨੂੰ ਆਪਾਂ ਭੁੱਲਦੇ ਨਹੀਂ, ਉਹਨੂੰ ਆਪਾਂ ਚੰਗੀ ਤਰ੍ਹਾਂ ਸਿੱਖ ਜਾਂਦੇ ਹਾਂ। ਤਾਂ ਇਹ ਚੀਜ਼ ਆਉਂਦੀ ਹੈ ਦੋਸਤੋ ਸੈਕੰਡਰੀ ਨਿਯਮ ਦੇ ਵਿੱਚ। ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਹੈ ਪ੍ਰਾਇਮਰੀ ਯਾਨੀ ਕਿ ਪ੍ਰਾਰੰਭਿਕ, ਮਤਲਬ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਮਤਲਬ ਆਪਾਂ ਸ਼ੁਰੂ ਦੇ ਵਿੱਚ ਸਿੱਖੀਆਂ ਤਾਂ ਉਹ ਚੀਜ਼ਾਂ ਆਪਣੇ ਯਾਦ ਰਹਿੰਦੀਆਂ ਨੇ। ਜਿਵੇਂ ਕਈ ਵਾਰ ਤੁਹਾਨੂੰ ਸ਼ਾਇਦ ਯਾਦ ਹੋਏਗਾ, ਤੁਸੀਂ ਕਿਤੇ ਕੰਮ 'ਤੇ ਜਾ ਰਹੇ ਹੋ, ਜੋਬ 'ਤੇ ਜਾ ਰਹੇ ਹੋ, ਤੁਹਾਨੂੰ ਜੋਬ ਦਾ ਪਹਿਲਾ ਦਿਨ ਯਾਦ ਰਹਿੰਦਾ। ਇਸੇ ਤਰ੍ਹਾਂ ਮੰਨ ਕੇ ਚੱਲੋ ਬੱਚਾ ਹੈ, ਉਹ ਕੋਈ ਅੱਜ ਨਵਾਂ ਪਾਠ ਮਤਲਬ ਅਗਲੀ ਕਲਾਸ ਦੇ ਵਿੱਚ ਹੋਇਆ ਤਾਂ ਉਹ ਪਹਿਲਾ ਪਾਠ ਪੜ੍ਹੂਗਾ,
ਹੋ ਸਕਦਾ ਉਸ 'ਤੇ ਸਾਰਾ ਜਦੋਂ ਸਾਰਾ ਸਾਲ ਉਹ ਸਾਰੀ ਕਿਤਾਬ ਪੜ੍ਹਦਾ ਰਹੇ, ਪਹਿਲੇ ਪਾਠ ਦੇ ਵਿੱਚ ਉਹਨੇ ਕਿਸ ਤਰ੍ਹਾਂ ਇੰਜੋਏ ਕੀਤਾ ਸੀ ਪਹਿਲੇ ਪਾਠ ਨੂੰ, ਉਹ ਚੀਜ਼ ਪ੍ਰਾਰੰਭਿਕ ਹੈ, ਪ੍ਰਾਇਮਰੀ ਤੌਰ 'ਤੇ ਉਹਨੇ ਪੜ੍ਹੀ ਸੀ। ਜਦੋਂ ਉਹ ਨਵੀਂ ਕਲਾਸ ਦੇ ਵਿੱਚ ਹੋਇਆ ਸੀ, ਪ੍ਰਾਰੰਭਿਕ ਰੂਪ ਦੇ ਵਿੱਚ ਉਸਨੇ ਉਹ ਜਿਹੜੀ ਕਹਾਣੀ ਪਾਠ ਜੋ ਵੀ ਪੜ੍ਹਿਆ ਹੋਏਗਾ ਪਹਿਲੇ ਦਿਨ, ਉਹ ਚੀਜ਼ਾਂ ਉਹਦੇ ਯਾਦ ਰਹਿਣਗੀਆਂ ਵੀ ਅੱਛਾ ਪਹਿਲੇ ਦਿਨ ਮੈਂ ਕਲਾਸ 'ਚ ਹੋਇਆ ਸੀ, ਇਸ ਕਲਾਸ ਦੇ ਵਿੱਚ ਤਾਂ ਮੈਂ ਇੱਦਾਂ ਪੜ੍ਹਿਆ ਸੀ, ਇੱਦਾਂ ਮੈਂ ਐਂਟਰੀ ਕੀਤੀ ਸੀ, ਪਾਠ ਪੜ੍ਹਨਾ ਸ਼ੁਰੂ ਕੀਤਾ ਸੀ, ਟੀਚਰ ਨੇ ਇਹ ਚੀਜ਼ ਦੱਸੀ ਸਾਨੂੰ ਪਹਿਲੇ ਦਿਨ। ਤਾਂ ਉਹ ਪ੍ਰਾਰੰਭਿਕ ਚੀਜ਼ਾਂ ਨੇ ਤਾਂ ਉਹ ਵੀ ਯਾਦ ਰਹਿੰਦੀਆਂ ਨੇ। ਇਸ ਤਰ੍ਹਾਂ ਆਪਾਂ ਪ੍ਰਾਰੰਭਿਕ ਤੌਰ 'ਤੇ ਵੀ ਸਿੱਖਦੇ ਹਾਂ। ਨੈਕਸਟ ਨਿਯਮ ਦੀ ਆਪਾਂ ਗੱਲ ਕਰਦੇ ਹਾਂ ਦੋਸਤੋ, ਉਤੇਜਕ ਦੀ ਤੀਬਰਤਾ ਯਾਨੀ ਕਿ ਇੰਟੈਂਸਿਟੀ ਆਫ ਸਟੀਮੂਲਸ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਆਪਾਂ ਕਿਸੇ ਚੀਜ਼ ਨੂੰ ਸਿੱਖਣ ਦੇ ਲਈ ਤੀਬਰਤਾ ਆਪਣੇ ਅੰਦਰ ਮਤਲਬ ਜਿਹੜੀ ਉਤੇਜਨਾ ਹੈ ਉਹ ਤੀਬਰ ਹੁੰਦੀ ਹੈ, ਤੇਜ਼ ਹੁੰਦੀ ਹੈ, ਹੈ ਨਾ। ਕਹਿ ਸਕਦੇ ਹਾਂ ਕਿ ਜਿਹੜਾ ਸਟੀਮੂਲਸ ਹੈ ਉਹ ਇੰਟੈਂਸ ਯਾਨੀ ਕਿ ਤੀਬਰ ਹੈ ਪੂਰਾ। ਜਿਵੇਂ ਫੋਰ ਐਗਜ਼ਾਮਪਲ ਕੋਈ ਮੰਨ ਕੇ ਚੱਲੋ ਟੀਚਰ ਨੇ ਪਹਿਲਾਂ ਦੱਸਤਾ ਵੀ ਤੁਹਾਡੇ ਅੱਜ ਸਿਲੇਬਸ ਦੇ ਵਿੱਚ ਆਪਾਂ ਅਜਿਹਾ ਪਾਠ ਪੜ੍ਹਾਂਗੇ ਜਿਹੜਾ ਤੁਹਾਨੂੰ ਇਹ ਚੀਜ਼ ਬਾਰੇ ਦੱਸੇਗਾ, ਤੁਸੀਂ ਐਵੇਂ ਇੰਜੋਏ ਕਰ ਸਕੋਗੇ, ਉਹਦੇ ਵਿੱਚ ਇਹ ਚੀਜ਼ ਪੜ੍ਹਾਂਗੇ। ਤਾਂ ਜਦੋਂ ਟੀਚਰ ਇੱਦਾਂ ਦੱਸ ਰਿਹਾ ਤਾਂ ਬੱਚੇ ਦੇ ਵਿੱਚ ਉਤੇਜਨਾ ਆ ਗਈ ਵੀ ਅੱਛਾ ਉਹ ਪਾਠ ਪੜ੍ਹਾਂਗੇ, ਅਤੇ ਜਿਹੜੇ ਦਿਨ ਟੀਚਰ ਉਹ ਪਾਠ ਪੜ੍ਹਾਊਗਾ ਬੱਚੇ ਸੋਚਣਗੇ, ਉਹ ਸਾਰੀ ਉਤੇਜਨਾ ਦੀ ਤੀਬਰਤਾ ਉਸ ਦਿਨ ਬਣੂਗੀ ਵੀ ਅੱਛਾ ਇਹ ਅੱਜ ਉਹ ਪਾਠ ਪੜ੍ਹਾਂਗੇ ਜਿਹਦੇ ਬਾਰੇ ਟੀਚਰ ਨੇ ਇਹ ਗੱਲ ਦੱਸੀ ਸੀ। ਤਾਂ ਕਹਿਣ ਦਾ ਭਾਵ ਕੀ ਹੈ, ਉਹਦੇ 'ਚ ਤੀਬਰਤਾ ਆਏਗੀ ਤਾਂ ਵੀ ਬੱਚਾ ਜਿਹੜਾ ਉਹ ਵਧੀਆ ਤਰੀਕੇ ਨਾਲ ਸਿੱਖ ਸਕੇਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਅਪਣੰਤ ਯਾਨੀ ਕਿ ਬਿਲੋਂਗਿੰਗਨੈਸ। ਬਿਲੋਂਗਿੰਗਨੈਸ ਦਾ ਮਤਲਬ ਇਹ ਵੀ ਹੋ ਸਕਦਾ ਦੋਸਤੋ ਕਿ ਜਿਹੜੀ ਚੀਜ਼ ਨਾਲ ਆਪਾਂ ਰਿਲੇਟ ਕਰ ਪਾਈਏ, ਆਪਣੇ ਆਪ ਨੂੰ ਬਿਲੋਂਗ ਕਰ ਪਾਈਏ, ਤਾਂ ਉਹ ਚੀਜ਼ ਨੂੰ ਆਪਾਂ ਵਧੀਆ ਸਿੱਖ ਸਕਦੇ ਹਾਂ। ਅਤੇ ਇਹਦਾ ਮੀਨਿੰਗ ਇਹ ਵੀ ਹੋ ਸਕਦਾ ਹੈ ਵੀ ਹੋ ਸਕਦਾ ਟੀਚਰ ਹੈ, ਜਿਹੜਾ ਟੀਚਰ ਇੱਕ ਫੋਰ ਐਗਜ਼ਾਮਪਲ ਜਿਹੜਾ ਟੀਚਰ ਫੇਵਰੇਟ ਹੋਵੇ ਨਾ ਬੱਚੇ ਦਾ, ਉਸ ਤੋਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਸਿੱਖਦਾ ਬੱਚਾ। ਹੋ ਸਕਦਾ ਜਿਹੜੀ ਚੀਜ਼ ਉਸ ਦਾ ਫੇਵਰੇਟ ਟੀਚਰ ਪੜ੍ਹਾ ਕੇ ਗਿਆ ਅਤੇ ਉਹੀ ਚੀਜ਼ ਹੋਰ ਟੀਚਰ ਆ ਕੇ ਪੜ੍ਹਾਵੇ ਤਾਂ ਉਹ ਆਪਣੇ ਫੇਵਰੇਟ ਟੀਚਰ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖ ਸਕੋ। ਟੌਪਿਕ ਤਾਂ ਇਹ ਸੇਮ ਹੋਵੇ, ਕਿਉਂਕਿ ਉਹਦਾ ਅਪਣੰਤ ਹੈ ਉਸ ਦੇ ਨਾਲ, ਉਹ ਆਪਣੇ ਆਪ ਨੂੰ ਉਸ ਦੇ ਨਾਲ ਜੋੜ ਚੁੱਕਿਆ, ਬਿਲੋਂਗ ਕਰ ਚੁੱਕੇ ਹੈ, ਠੀਕ ਹੈ। ਅਤੇ ਇਸ ਨੂੰ ਇੱਕ ਇੱਦਾਂ ਵੀ ਸਮਝੋ ਤੁਸੀਂ, ਬਿਲੋਂਗਿੰਗਨੈਸ ਦੇ 'ਚ ਇਹ ਚੀਜ਼ ਵੀ ਆ ਜਾਏਗੀ ਕਿ ਜਿਹੜੀ ਚੀਜ਼ ਨੂੰ ਆਪਾਂ ਬਿਲੋਂਗ ਕਰਦੇ ਹਾਂ ਉਹ ਚੀਜ਼ ਬਾਰੇ ਆਪਾਂ ਛੇਤੀ ਸਿੱਖਦੇ ਹਾਂ। ਕਹਿਣ ਦਾ ਭਾਵ ਫੋਰ ਐਗਜ਼ਾਮਪਲ ਕੋਈ ਬੱਚਾ ਹੈ, ਉਹ ਮਤਲਬ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ, ਠੀਕ ਹੈ, ਮਤਲਬ ਕਿ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ, ਉਹਨੂੰ ਪਤਾ ਵੀ ਕਣਕ ਦਾ ਸੀਜ਼ਨ ਕਦੋਂ ਹੁੰਦਾ ਹੈ ਅਤੇ ਮਤਲਬ ਜੀਰੀ ਦਾ ਸੀਜ਼ਨ ਕਦੋਂ ਹੁੰਦਾ, ਕਿਹੜੀ ਫਸਲ ਕਦੋਂ ਵੱਢੀ ਜਾਂਦੀ ਹੈ। ਤਾਂ ਜਦੋਂ ਟੀਚਰ ਉਹਨਾਂ ਨੂੰ ਰੱਬੀ ਅਤੇ ਖਰੀਫ ਫਸਲਾਂ ਬਾਰੇ ਸਮਝਾ ਰਿਹਾ ਤਾਂ ਉਹ ਬੱਚੇ ਈਜ਼ੀਲੀ ਸਿੱਖ ਜਾਣਗੇ, ਕਿਉਂਕਿ ਉਹ ਬਿਲੋਂਗ ਕਰ ਪਾ ਰਹੇ ਨੇ। ਉਹ ਕਹਿਣਗੇ ਹਾਂਜੀ ਇਹ ਤਾਂ ਸਾਨੂੰ ਪਤਾ ਹੈ, ਇਹ ਤਾਂ ਸਾਨੂੰ ਪਤਾ ਵੀ ਹੁਣ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਅਸੀਂ ਕਣਕ ਵੱਢਦੇ ਹਾਂ, ਮੇਰੇ ਪਿਤਾ ਜੀ ਕਣਕ ਵੱਢਦੇ ਨੇ, ਪਰਿਵਾਰ ਦੇ ਵਿੱਚ ਇਹ ਐਕਟੀਵਿਟੀਆਂ ਹੁੰਦੀਆਂ ਨੇ, ਉਹਨਾਂ ਨੂੰ ਪਤਾ ਹੈ। ਜਦੋਂ ਮਤਲਬ ਕਿ ਟੀਚਰ ਕਹੂਗਾ ਵੀ ਵਿਸਾਖੀ ਦਾ ਮੇਲਾ ਇਸ ਸੀਜ਼ਨ ਦੇ ਵਿੱਚ ਮਨਾਇਆ ਜਾਂਦਾ ਹੈ, ਉਦੋਂ ਕਣਕਾਂ ਦੀ ਵਾਢੀ ਦਾ ਵੀ ਕੰਮ ਚੱਲ ਰਿਹਾ ਹੁੰਦਾ, ਤਾਂ ਬੱਚਾ ਆਪਣੇ ਆਪ ਨੂੰ ਕੀ ਕਰ ਪਾਊਗਾ, ਜੋੜ ਪਾਊਗਾ। ਜਦੋਂ ਉਹ ਆਪਣੇ ਆਪ ਨੂੰ ਜੋੜ ਪਾਇਆ ਤਾਂ ਉਸ ਦੇ ਵਿੱਚ ਬਿਲੋਂਗਿੰਗਨੈਸ ਦੇ ਕਾਰਨ ਉਹ ਛੇਤੀ ਸਿੱਖ ਸਕਿਆ। ਇਸੇ ਤਰ੍ਹਾਂ ਕੋਈ ਐਗਜ਼ਾਮਪਲ ਲੈ ਲਓ, ਮੰਨ ਕੇ ਚੱਲੋ ਕੋਈ ਚੀਜ਼ ਹੈ, ਮਤਲਬ ਕਿ ਟੈਕਨੋਲੋਜੀ ਦੀ ਗੱਲ ਲਾ ਲਓ ਵੀ ਹੋ ਸਕਦਾ ਟੀਚਰ ਜਿਹੜਾ ਉਹਨੂੰ ਕੰਪਿਊਟਰ ਬਾਰੇ ਦੱਸ ਰਿਹਾ ਹੈ, ਜਿਹੜੇ ਬੱਚੇ ਦੇ ਘਰ ਕੰਪਿਊਟਰ ਹੈ ਉਸ ਦੇ ਪਿਤਾ ਕੰਪਿਊਟਰ ਦਾ ਹੀ ਕੰਮ ਕਰਦੇ ਨੇ, ਕੰਪਿਊਟਰ ਨੂੰ ਖੋਲ੍ਹਦੇ ਨੇ, ਜੜਦੇ ਨੇ, ਤਾਂ ਉਹ ਬੱਚਾ ਈਜ਼ੀਲੀ ਅਟੈਚ ਕਰ ਪਾਊਗਾ, ਹਾਂਜੀ ਮੇਰੇ ਪਿਤਾ ਨੇ ਵੀ ਕੰਪਿਊਟਰ ਖੋਲ੍ਹਿਆ ਹੋਇਆ ਸੀ, ਮੈਂ ਉੱਥੇ ਚੀਜ਼ਾਂ ਦੇਖੀਆਂ ਸੀ। ਜਦੋਂ ਟੀਚਰ ਪੜ੍ਹਾ ਰਹੇ ਤਾਂ ਉਹ ਬਿਲੋਂਗਿੰਗਨੈਸ ਦੇ ਕਾਰਨ ਉਹ ਕੀ ਕਰ ਪਾ ਰਹੇ ਨੇ, ਸਿੱਖ ਪਾ ਰਹੇ ਨੇ, ਛੇਤੀ ਸਿੱਖ ਪਾ ਰਹੇ ਨੇ। ਤਾਂ ਅਪਣੰਤ ਦੇ ਵਿੱਚ ਬਿਲੋਂਗਿੰਗਨੈਸ ਦੇ ਵਿੱਚ ਆਪਾਂ ਇਹ ਚੀਜ਼ਾਂ ਕਹਿ ਸਕਦੇ ਹਾਂ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਨੈਕਸਟ ਗੱਲ ਹੈ ਦੋਸਤੋ ਸਮਾਨਤਾ ਯਾਨੀ ਕਿ ਸਿਮਿਲੈਰਿਟੀ ਦੀ। ਸਿਮਿਲੈਰਿਟੀ ਦਾ ਮੀਨਿੰਗ ਇਹ ਹੈ ਵੀ ਕੁਝ ਚੀਜ਼ਾਂ ਨੇ ਆਪਾਂ ਸਿੱਖ ਰਹੇ ਹਾਂ, ਜਿਵੇਂ ਮੰਨ ਕੇ ਚੱਲੋ ਕਿ ਕੋਈ ਚੀਜ਼ ਆਪਾਂ ਨੇ ਬਚਪਨ ਦੇ ਵਿੱਚ ਸਿੱਖੀ ਸੀ ਅਤੇ ਟੀਚਰ ਹੁਣ ਆਪਾਂ ਨੈਕਸਟ ਸਟੇਜ 'ਤੇ ਆ ਗਏ। ਮੰਨ ਕੇ ਚੱਲੋ ਫੋਰ ਐਗਜ਼ਾਮਪਲ ਇੱਦਾਂ ਸਮਝੋ ਵੀ ਕੋਈ ਚੀਜ਼ ਬੱਚਾ ਇਨਫੈਂਸੀ ਦੇ ਵਿੱਚ ਸਿੱਖ ਚੁੱਕਿਆ, ਇਨਫੈਂਸੀ ਵਾਲੇ ਸਟੇਜ ਦੇ ਵਿੱਚ, ਅਤੇ ਉਸ ਤੋਂ ਬਾਅਦ ਉਹਨੂੰ ਅਰਲੀ ਚਾਈਲਡਹੁੱਡ ਦੇ ਵਿੱਚ ਕੋਈ ਚੀਜ਼ ਦਾ ਥੋੜ੍ਹਾ ਜਿਹਾ ਅਪ ਲੈਵਲ ਲੈ ਕੇ ਜਾਇਆ ਜਾ ਰਿਹਾ ਹੈ, ਮਤਲਬ ਉਹਦੇ ਨਾਲ ਰਿਲੇਟ ਕਰ ਪਾਊਗਾ ਵੀ ਅੱਛਾ ਉਹ ਚੀਜ਼ ਜਿਹੜੀ ਮੈਂ ਸਿੱਖੀ ਸੀ। ਮੰਨ ਕੇ ਚੱਲੋ ਇੱਦਾਂ ਐਗਜ਼ਾਮਪਲ ਲੈ ਲਓ ਕਿ ਬੱਚਾ ਜਿਹੜਾ ਉਸ ਨੂੰ ਤੁਸੀਂ ਨੇ 2 ਦਾ ਟੇਬਲ ਪੜ੍ਹਾ ਤਾ, ਠੀਕ ਹੈ। ਹੁਣ ਤੁਸੀਂ ਕਹੋਗੇ ਵੀ ਰਾਜੇ ਤੁਸੀਂ 2 ਦਾ ਟੇਬਲ ਤਾਂ ਜਾਣਦੇ ਹੋ, ਠੀਕ ਹੈ, ਤੁਸੀਂ ਹੁਣ 4 ਦਾ ਪੜ੍ਹੋ, ਬਸ ਉੱਦਾਂ ਹੀ ਹੈ ਵੀ ਜਿਵੇਂ ਤੁਸੀਂ ਉਹਦੇ ਵਿੱਚ 2 ਜੋੜੇ ਸੀ, ਹੈ ਨਾ, ਇਹਦੇ ਵਿੱਚ ਆਪਾਂ 4 ਜੋੜਦੇ ਨੇ, ਤਾਂ ਉਹ ਰਿਲੇਟ ਕਰ ਪਾਊਗਾ ਮਤਲਬ ਕਿ ਸਮਾਨਤਾ ਦੇ ਕਾਰਨ ਵੀ ਅੱਛਾ ਜਿਵੇਂ ਉਹਦੇ 'ਚ ਅਸੀਂ ਐਵੇਂ ਹੀ ਹੈ, ਤਾਂ ਇੱਦਾਂ ਉਹ ਚੀਜ਼ਾਂ ਸਿੱਖ ਸਕੂਗਾ। ਉਸ ਤੋਂ ਬਿਨਾਂ ਹੋਰ ਉਦਾਹਰਨਾਂ ਨੇ ਜਿਹੜੀਆਂ ਤੁਸੀਂ ਉਹ ਵੀ ਆਪਣੇ ਆਲੇ ਦੁਆਲੇ 'ਚੋਂ ਲੈ ਸਕਦੇ ਹੋ, ਹੈ ਨਾ। ਸਿਮਿਲੈਰਿਟੀ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕੋਈ ਵੀ ਚੀਜ਼ ਬੱਚੇ ਨੂੰ ਆਪਾਂ ਸਿਖਾ ਰਹੇ ਹਾਂ ਤਾਂ ਪਹਿਲਾਂ ਜਿਹੜੀ ਚੀਜ਼ ਨੂੰ ਉਹ ਜਾਣਦਾ ਉਹਦੇ ਨਾਲ ਆਪਾਂ ਉਹਨੂੰ ਰਿਲੇਟ ਕਰ ਦਈਏ, ਮਤਲਬ ਕਿ ਜਿਵੇਂ ਆਪਾਂ ਨੇ ਉਹਨੂੰ ਕੋਈ ਹੋਰ ਚੀਜ਼ ਯਾਦ ਕਰਾਈ ਸੀ, ਸਿਮਿਲਰਲੀ ਹੀ ਆਪਾਂ ਉਹਨੂੰ ਹੋਰ ਚੀਜ਼ਾਂ ਯਾਦ ਕਰਾਈਏ, ਹੋਰ ਚੀਜ਼ਾਂ ਸਿਖਾਈਏ। ਤਾਂ ਇਸ ਤਰ੍ਹਾਂ ਸਿਮਿਲੈਰਿਟੀ ਦੇ ਕਾਰਨ ਵੀ ਬੱਚਾ ਜਿਹੜਾ ਉਹ ਸਿੱਖ ਪਾਉਂਦਾ। ਤਾਂ ਸਿਮਿਲੈਰਿਟੀ ਹੋਈ, ਬਿਲੋਂਗਿੰਗਨੈਸ ਹੋਈ, ਇੰਟੈਂਸਿਟੀ ਆਫ ਸਟੀਮੂਲਸ ਹੋਇਆ, ਪ੍ਰਾਇਮਰੀ ਰੀਨੈਂਸੀ, ਇਹ ਸਭ ਨੇ ਜਿਹੜੇ ਦੋਸਤੋ ਇਹ ਸੈਕੰਡਰੀ ਲਾ ਨੇ ਜੋ ਕਿ ਥੋਰਨਡਾਈਕ ਦੁਆਰਾ ਦਿੱਤੇ ਗਏ ਨੇ। ਤਾਂ ਇਸ ਤਰੀਕੇ ਨਾਲ ਦੋਸਤੋ ਥੋਰਨਡਾਈਕ ਨੇ ਪ੍ਰਾਇਮਰੀ ਅਤੇ ਸੈਕੰਡਰੀ ਇਹ ਲਾ ਦਿੱਤੇ ਨੇ, ਅਤੇ ਇਹਨਾਂ ਨੂੰ ਆਪਾਂ ਨੇ ਅੱਜ ਡਿਟੇਲ ਦੇ ਵਿੱਚ ਹੁਣ ਸਮਝ ਲਿਆ।
ਤੇ ਹੁਣ ਇਸ ਦੇ ਨਾਲ ਰਿਲੇਟਡ ਕੁਐਸਚਨ ਕਿਸ ਤਰੀਕੇ ਨਾਲ ਪੁੱਛੇ ਜਾਂਦੇ ਨੇ ਇਹ ਆਪਾਂ ਸਮਝਾਂਗੇ। ਇਹ ਪ੍ਰਸ਼ਨ ਦੇਖੋ, ਰੂਹ ਖੁਸ਼ ਕਰਦਾ ਇਹ ਪ੍ਰਸ਼ਨ। ਵਿਚ ਆਫ ਫੋਲੋਇੰਗ ਇਜ਼ ਨਾਟ ਮੇਨ ਲਾ ਆਫ ਲਰਨਿੰਗ ਐਜ਼ ਪ੍ਰੈਸਕ੍ਰਾਈਬਡ ਬਾਈ ਥੋਰਨਡਾਈਕ। ਥੋਰਨਡਾਈਕ ਨੇ ਕਿਹੜਾ ਨਿਯਮ ਨਹੀਂ ਦਿੱਤਾ? ਨੋਟ। ਠੀਕ ਹੈ, ਤਾਂ ਹੁਣ ਦੇਖੋ ਲਾ ਆਫ ਐਕਸਰਸਾਈਜ਼ ਪੜ੍ਹ ਚੁੱਕੇ ਆਪਾਂ, ਦਿੱਤਾ ਹੈ, ਪ੍ਰਾਇਮਰੀ ਨਿਯਮ ਹੈ। ਉਸ ਤੋਂ ਬਾਅਦ ਲਾ ਆਫ ਇਫੈਕਟ ਬਿਲਕੁਲ ਜੀ ਦਿੱਤਾ ਹੈ। ਲਾ ਆਫ ਰੈਡਨੈਸ ਬਿਲਕੁਲ ਦਿੱਤਾ। ਲਾ ਆਫ ਜਨਰਲਾਈਜੇਸ਼ਨ ਇਸ ਤਰ੍ਹਾਂ ਦਾ ਆਪਾਂ ਨੇ ਅੱਜ ਕੁਝ ਵੀ ਨਹੀਂ ਪੜ੍ਹਿਆ, ਤਾਂ ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਗਿਆ। ਇੱਦਾਂ ਰੂਹ ਖੁਸ਼ ਕਰਦੇ ਨੇ ਥੋਰਨਡਾਈਕ ਵਾਲੀ ਇਹ ਕੁਐਸਚਨ। ਡਾਇਰੈਕਟ ਕੁਐਸਚਨ ਬਣਦੇ ਜੀ, ਰਿਪੀਟਡ ਕੁਐਸਚਨ ਵੀ ਇਹਦੇ 'ਚ ਹੈਗੇ ਨੇ ਜੋ ਆਪਾਂ ਅੱਜ ਡਿਸਕਸ ਕਰਾਂਗੇ। ਨੈਕਸਟ ਕੁਐਸਚਨ ਲਰਨਿੰਗ ਦੇ ਨਾਲ ਰਿਲੇਟਡ ਹੈ। ਵਿਚ ਵਨ ਆਫ ਫੋਲੋਇੰਗ ਸਟੇਟਮੈਂਟ ਅਬਾਊਟ ਮੋਟੀਵੇਸ਼ਨ ਐਂਡ ਲਰਨਿੰਗ ਇਜ਼ ਕਰੈਕਟ। ਆਪਾਂ ਨੇ ਕਰੈਕਟ ਦੱਸਣਾ ਹੈ। ਲਰਨਿੰਗ ਇਜ਼ ਇਫੈਕਟਿਵ ਓਨਲੀ ਵੈਨ ਦਾ ਸਟੂਡੈਂਟ ਆਰ ਮੋਟੀਵੇਟਡ ਯੂਜ਼ਿੰਗ ਐਕਸਟਰਨਲ ਰਿਵਾਰਡ। ਮਤਲਬ ਕਿ ਬਾਹਰੀ ਕੋਈ ਰਿਵਾਰਡ ਦਿੱਤਾ ਜਾਵੇ ਸਿਰਫ ਉਦੋਂ ਹੀ ਲਰਨਿੰਗ ਪ੍ਰਭਾਵਸ਼ਾਲੀ ਹੁੰਦੀ ਹੈ, ਨਾ ਤਾਂ ਕੋਈ ਗੱਲ ਨਾ ਬਣੀ। ਨੈਕਸਟ ਹੈ ਕਹਿੰਦੇ ਮੋਟੀਵੇਸ਼ਨ ਕੋਈ ਰੋਲ ਹੀ ਨਹੀਂ ਨਿਭਾਉਂਦਾ, ਇਹ ਵੀ ਕੋਈ ਗੱਲ ਨਾ ਬਣੀ। ਲਰਨਿੰਗ ਇਜ਼ ਇਫੈਕਟਿਵ ਓਨਲੀ ਵੈਨ ਦਾ ਸਟੂਡੈਂਟ ਹੈਵ ਇੰਟਰਿੰਸਿਕ ਮੋਟੀਵੇਸ਼ਨ ਔਰ ਡਿਜ਼ਾਇਰ ਟੂ ਲਰਨ ਮੋਰ ਇਨਸਾਈਡ। ਇਹ ਬਿਲਕੁਲ ਸਹੀ ਹੈ ਜੀ। ਮਤਲਬ ਕਿ ਜਦੋਂ ਬੱਚਾ ਕੀ ਕਰ ਰਿਹਾ, ਉਸ ਦੇ ਅੰਦਰ ਇੱਛਾ ਹੈ ਕੁਝ ਸਿੱਖਣ ਦੀ, ਮਤਲਬ ਉਹ ਅੰਦਰੋਂ ਮੋਟੀਵੇਟ ਹੈ, ਅੰਦਰੂਨੀ ਮੋਟੀਵੇਸ਼ਨ ਦੇ ਕਾਰਨ ਉਹ ਵਧੀਆ ਤਰੀਕੇ ਨਾਲ ਇਫੈਕਟਲੀ ਕਹਿ ਸਕਦੇ ਹਾਂ ਲਰਨ ਕਰੇਗਾ, ਸਿੱਖੇਗਾ। ਠੀਕ ਹੈ, ਲਰਨਿੰਗ ਵਾਲਾ ਆਪਾਂ ਟੌਪਿਕ ਪਹਿਲਾਂ ਵੀ ਕਲਾਸ ਵਿੱਚ ਡਿਸਕਸ ਕਰ ਚੁੱਕੇ ਹਾਂ, ਤਾਂ ਉਹਦੇ ਨਾਲ ਰਿਲੇਟਡ ਇਹ ਕੁਐਸਚਨ ਬਣਨਗੇ ਕੁਝ। ਵਿਚ ਵਨ ਆਫ ਫੋਲੋਇੰਗ ਸਟੇਟਮੈਂਟ ਅਬਾਊਟ ਲਰਨਿੰਗ ਇਜ਼ ਕਰੈਕਟ। ਲਰਨਿੰਗ ਦੇ ਬਾਰੇ ਕਿਹੜੀ ਸਟੇਟਮੈਂਟ ਜਿਹੜੀ ਉਹ ਕਰੈਕਟ ਹੈ? ਇਹਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਜਿਹੜੀ ਆਪਣੇ ਕੋਲ ਰਹੇਗੀ ਦੋਸਤੋ ਉਹ ਫੋਰਥ ਰਹੇਗੀ। ਲਰਨਿੰਗ ਇਜ਼ ਫੈਸਿਲੀਟੇਟਡ ਬਾਈ ਸੋਸ਼ਲ ਐਕਸ਼ਨਸ। ਮਤਲਬ ਕਿ ਸਮਾਜਿਕ ਜਿਹੜੀਆਂ ਆਪਣੀਆਂ ਕਿਰਿਆਵਾਂ ਨੇ ਉਹਨਾਂ ਦੁਆਰਾ ਫੈਸਿਲੀਟੇਟ ਇਹ ਕੀਤੀ ਹੁੰਦੀ ਹੈ। ਵਿਚ ਵਨ ਆਫ ਫੋਲੋਇੰਗ ਇਜ਼ ਐਨ ਇੰਪੋਰਟੈਂਟ ਐਕਟੀਵਿਟੀ ਟੂ ਇਨੇਬਲ ਚਿਲਡਰਨ ਟੂ ਲਰਨ। ਮਤਲਬ ਕਿ ਬੱਚੇ ਨੂੰ ਆਪਾਂ ਨੇ ਕੀ ਕਰਨਾ ਦੋਸਤੋ, ਸਿਖਾਉਣਾ ਕੁਛ। ਠੀਕ ਹੈ, ਲਰਨ ਦੇ ਲਈ, ਲਰਨਿੰਗ ਦੇ ਲਈ ਕਿਹੜੀ ਜਿਹੜੀ ਉਹ ਇੱਕ ਬੈਸਟ ਇੰਪੋਰਟੈਂਟ ਐਕਟੀਵਿਟੀ ਹੈ। ਤਾਂ ਸਿਰਫ ਡਾਇਲੋਗ ਵੀ ਕੁਛ ਨਹੀਂ ਕਰਦੇ, ਲੈਕਚਰ ਵੀ ਕੁਛ ਨਹੀਂ ਕਰਦਾ, ਸਿਰਫ ਇੰਸਟਰਕਸ਼ਨਸ ਵੀ ਕੁਝ ਨਹੀਂ ਕਰਦੀਆਂ, ਨਾਲ ਉਹਨੂੰ ਕੁਝ ਰਿਵਾਰਡ ਵੀ ਦੇਣੇ ਪੈਣਗੇ, ਤਾਂ ਇਸ ਤਰੀਕੇ ਨਾਲ ਉਹ ਵਧੀਆ ਤਰੀਕੇ ਨਾਲ ਲਰਨ ਕਰ ਸਕੇਗਾ। ਆਪਸ਼ਨ ਸੈਕਿੰਡ ਸਾਡਾ ਇਸ 'ਤੇ ਰਾਈਟ ਆਨਸਰ ਦੋਸਤੋ ਹੋ ਜਾਵੇਗਾ। ਲਰਨਿੰਗ ਇਜ਼ ਐਨ ਡੈਸ਼ ਐਂਡ ਡੈਸ਼ ਪ੍ਰੋਸੈਸ। ਸਿੰਪਲ ਜੀ ਗੱਲ ਇਹ ਕੰਪਲੈਕਸ ਐਂਡ ਐਕਟਿਵ ਪ੍ਰੋਸੈਸ ਹੈ ਜੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਇਹ ਟੌਪਿਕ ਦੇ ਨਾਲ ਰਿਲੇਟਡ ਇੱਕ ਪਹਿਲਾਂ ਵੀਡੀਓ ਆ ਚੁੱਕੀ ਹੈ, ਉਮੀਦ ਹੈ ਬਹੁਤਿਆਂ ਨੇ ਉਹ ਦੇਖੀ ਹੋਏਗੀ। ਤਾਂ ਉਸ ਦੇ ਨਾਲ ਰਿਲੇਟਡ ਇਹ ਕੁਐਸਚਨ ਨੇ, ਕਿਤੇ ਕਹਿ ਦੂੰ ਵੀ ਇਹ ਚੀਜ਼ਾਂ ਆਪਾਂ ਅੱਜ ਪੜ੍ਹੀਆਂ ਨਹੀਂ, ਫਿਰ ਵੀ ਡਿਸਕਸ ਆਪਾਂ ਕਰੀ ਜਾਂਦੇ ਹਾਂ। ਇਹ ਕੁਐਸਚਨ ਦੇਖੋ ਪੰਜਾਬ ਵਾਲੇ ਜਮੀ ਸਿਰਾ ਕਰਾਉਂਦੇ ਨੇ, ਘੈਂਟ ਘੈਂਟ ਕੁਐਸਚਨ ਐਂ ਪੜਾ ਦਿੰਦੇ ਨੇ। ਦੇਖੋ ਕਿਸ ਅਨੁਸਾਰ ਜਿਤਨਾ ਤੁਸੀਂ ਵਧੇਰੇ ਕਰੋਗੇ ਉਤਨਾ ਬਿਹਤਰ ਹੋਵੋਗੇ। ਹੁਣ ਇਹ ਤਾਂ ਆਪਾਂ ਪੜ੍ਹ ਕੇ ਹਟੇ ਹਾਂ ਵੀ ਜਿੰਨਾ ਵੀ ਆਪਾਂ ਕਿਸੇ ਚੀਜ਼ ਦਾ ਅਭਿਆਸ ਕਰਦੇ ਹਾਂ, ਵਾਰ-ਵਾਰ ਕਰਦੇ ਹਾਂ, ਸਿੱਖਦੇ ਹਾਂ, ਤਾਂ ਉਨਾ ਹੀ ਆਪਾਂ ਉਹਦੇ 'ਚ ਪਰਫੈਕਟ ਹੁੰਦੇ ਜਾਂਦੇ ਹਾਂ, ਬਿਹਤਰ ਹੁੰਦੇ ਜਾਂਦੇ ਹਾਂ। ਤਾਂ ਇਹ ਕੌਣ ਗੱਲ ਕਰਦਾ ਸੀ? ਲਾ ਆਫ ਐਕਸਰਸਾਈਜ਼ ਦੀ ਗੱਲ ਕਰਦਾ ਸੀ। ਤਾਂ ਲਾ ਆਫ ਐਕਸਰਸਾਈਜ਼ ਨੂੰ ਅਸੀਂ ਆਖਦੇ ਹਾਂ ਦੋਸਤੋ ਮੁਹਾਰਤ ਦਾ ਨਿਯਮ, ਵਰਤੋਂ ਦਾ ਨਿਯਮ ਕਹਿ ਲਓ, ਮੁਹਾਰਤ ਦਾ ਨਿਯਮ ਕਹਿ ਲਓ, ਹੈ ਨਾ, ਲਾ ਆਫ ਐਕਸਰਸਾਈਜ਼ ਕਹਿ ਲਓ। ਤਾਂ ਮੁਹਾਰਤ ਦਾ ਨਿਯਮ ਜਿਹੜਾ ਇਸ ਚੀਜ਼ ਦੀ ਗੱਲ ਕਰਦਾ ਹੈ ਵੀ ਜਿੰਨਾ ਵੀ ਆਪਾਂ ਕਿਸੇ ਚੀਜ਼ ਨੂੰ ਵਧੇਰੇ ਕਰਾਂਗੇ, ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਲਿਖਾਈ ਦੀ ਗੱਲ ਦੱਸੀ ਸੀ ਵੀ ਲਿਖਾਈ ਸੁਧਾਰਨੀ ਹੈ ਬੱਚੇ ਦੀ, ਤਾਂ ਆਪਾਂ ਉਹਨੂੰ ਵਾਰ-ਵਾਰ ਕਹਾਂਗੇ ਰਾਜੇ ਇਹ ਲੇਖ ਲਿਖ, ਵਾਰ-ਵਾਰ ਇਹ ਸਤਰਾਂ ਨੂੰ ਲਿਖ ਤੂੰ। ਜਦੋਂ ਉਹ ਵਾਰ-ਵਾਰ ਲਿਖੂਗਾ ਤਾਂ ਉਹਦੀ ਲਿਖਾਈ ਦੇ ਵਿੱਚ ਸੁਧਾਰ ਆ ਜਾਊਗਾ, ਬਿਹਤਰ ਬਣਦੀ ਚਲੀ ਜਾਊਗੀ। ਨੈਕਸਟ ਹੈ ਕਿਸ ਅਨੁਸਾਰ ਅਸੀਂ ਇਨਾਮ ਪ੍ਰਾਪਤ ਕਰਨ ਅਤੇ ਸਜ਼ਾ ਤੋਂ ਬਚਣ ਲਈ ਪ੍ਰੇਰੇ ਜਾਂਦੇ ਹਾਂ। ਕਿਉਂ? ਜਮਾਂ ਘੈਂਟ ਕੁਐਸਚਨ ਆਏ ਨਾ। ਦੇਖੋ ਇਨਾਮ ਪ੍ਰਾਪਤ ਕਰਨ ਯਾਨੀ ਕਿ ਰਿਵਾਰਡ, ਐਂਡ ਸਜ਼ਾ ਤੋਂ ਬਚਣ ਲਈ ਯਾਨੀ ਕਿ ਪਨਿਸ਼ਮੈਂਟ ਵਾਲੀ ਗੱਲ ਕੀਤੀ ਸੀ ਆਪਾਂ ਨੇ। ਰਿਵਾਰਡ ਅਤੇ ਪਨਿਸ਼ਮੈਂਟ ਦੀ ਗੱਲ ਕਿਹੜੇ 'ਚ ਕੀਤੀ ਸੀ? ਥਰਡ ਲਾ ਦੇ ਵਿੱਚ। ਥਰਡ ਲਾ ਕੀ ਸੀ? ਇਫੈਕਟ ਵਾਲਾ, ਯਾਨੀ ਕਿ ਲਾ ਆਫ ਇਫੈਕਟ, ਯਾਨੀ ਕਿ ਪ੍ਰਭਾਵ ਦਾ ਨੇਮ। ਕਿਉਂ ਬਣੀ ਨਾ ਗੱਲ? ਨੇਮ ਮਤਲਬ ਇੱਥੇ ਇਹ ਨਿਯਮ ਨੂੰ ਹੀ ਕਹਿ ਰਹੇ ਨੇ। ਠੀਕ ਹੈ, ਤਾਂ ਪ੍ਰਭਾਵ ਦਾ ਨਿਯਮ ਯਾਨੀ ਕਿ ਲਾ ਆਫ ਇਫੈਕਟ ਦੀ ਆਪਾਂ ਨੇ ਗੱਲ ਕੀਤੀ ਸੀ, ਜੋ ਕਿ ਆਪਸ਼ਨ ਏ ਦੇ ਵਿੱਚ ਲਿਖਿਆ ਪਿਆ ਹੈ। ਤਾਂ ਇਸ ਤਰੀਕੇ ਨਾਲ ਦੋਸਤੋ ਇਹ ਜਿਹੜੇ ਕੁਐਸਚਨ ਨੇ ਇਹ ਬਣਦੇ ਨੇ, ਬਹੁਤ ਘੈਂਟ ਘੈਂਟ ਕੁਐਸਚਨ ਨੇ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਅ ਟੀਚਰ ਸ਼ੁੱਡ ਡੈਸ਼ ਤਾਂ ਸੋਸ਼ਲ ਕਲਚਰ ਰਿਲੀਜੀਅਸ ਐਂਡ ਲਿੰਗੁਇਸਟਿਕ ਡਿਵਰਸਿਟੀ ਇਨ ਹਰ ਕਲਾਸਰੂਮ ਟੂ ਫੈਸਿਲੀਟੇਟ ਮੀਨਿੰਗਫੁੱਲ ਲਰਨਿੰਗ। ਮਤਲਬ ਕਿ ਇੱਕ ਟੀਚਰ ਹੈ ਉਹ ਮੀਨਿੰਗਫੁੱਲ ਲਰਨਿੰਗ ਦੇ ਲਈ ਕੀ ਕਰੇਗੀ, ਮਤਲਬ ਉਸ ਦੀਆਂ ਜਿਹੜੀਆਂ ਸੋਸ਼ਲ ਕਲਚਰਲ, ਮਤਲਬ ਜਿਸ ਤਰ੍ਹਾਂ ਦੇ ਉਹ ਸਮਾਜ ਨਾਲ ਜੁੜਿਆ ਹੋਇਆ ਹੈ, ਸੱਭਿਆਚਾਰ ਨਾਲ ਜੁੜਿਆ ਹੋਇਆ, ਧਰਮ ਨਾਲ ਜੁੜਿਆ ਹੋਇਆ, ਤਾਂ ਉਹ ਸਭ ਚੀਜ਼ਾਂ ਨੂੰ ਟੀਚਰ ਕੀ ਕਰੇਗਾ? ਅੰਡਰਸਟੈਂਡ ਕਰੇਗਾ। ਬਿਲਕੁਲ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੋ ਜਾਵੇਗਾ। ਮਤਲਬ ਟੀਚਰ ਸਮਝੇਗਾ ਵੀ ਇਹ ਕਿਸ ਤਰ੍ਹਾਂ ਦੇ ਵਾਤਾਵਰਨ 'ਚੋਂ ਆ ਰਿਹਾ ਹੈ, ਫਿਰ ਉਹਦੇ ਅਕੋਰਡਿੰਗ ਜਿਹੜੀ ਲਰਨਿੰਗ ਹੈ ਉਹ ਕੀ ਬਣੇਗੀ? ਮੀਨਿੰਗਫੁੱਲ ਹੀ ਬਣ ਪਾਏਗੀ। ਅਦਰਵਾਈਜ਼ ਜੇਕਰ ਕਹੀਏ ਵੀ ਇਗਨੋਰ ਕਰੇਗਾ ਤਾਂ ਇਹ ਨੈਗੇਟਿਵ ਆਪਸ਼ਨਾਂ ਹੋ ਗਈਆਂ। ਠੀਕ ਹੈ, ਇਗਨੋਰ, ਨਿਗਲੈਕਟ, ਡਿਸਮਿਸ ਇਹ ਸਭ ਨੈਗੇਟਿਵ ਆਪਸ਼ਨ ਨੇ। ਆਪਸ਼ਨ ਸੈਕਿੰਡ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਦੋਸਤੋ ਹੈਗੇ ਹੈ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਕੁਐਸਚਨ ਇਟ ਇਜ਼ ਇੰਪੋਰਟੈਂਟ ਟੂ ਕ੍ਰੀਏਟ
ਡੈਸ਼ ਲਰਨਿੰਗ ਇਨਵਾਇਰਮੈਂਟ ਇਨ ਦਾ ਕਲਾਸਰੂਮ ਰੈਦਰ ਦੈਨ ਡੈਸ਼ 1। ਤਾਂ ਦੇਖੋ ਦੋਸਤੋ ਇਸ ਦੇ ਵਿੱਚ ਕੀ ਹੈ ਕਿ ਟੀਚਰ ਕੀ ਕਰੇਗਾ, ਇੱਕ ਕੋਲੈਬੋਰੇਟਿਵ ਇਨਵਾਇਰਮੈਂਟ ਕ੍ਰੀਏਟ ਕਰੇਗਾ, ਜਦ ਕਿ ਕੰਪੀਟੀਟਿਵ ਕਰਨਾ ਨਹੀਂ। ਮਤਲਬ ਕਿ ਕੰਪੀਟੀਟਿਵ ਮਤਲਬ ਕਿ ਇੱਕ ਮਤਲਬ ਵੀ ਮੁਕਾਬਲਾ ਹੀ ਕਰਦਾ ਰਹੇ, ਕੰਪੈਰੀਜ਼ਨ ਹੀ ਕਰਦਾ ਰਹੇ ਵੀ ਇਹ ਬੱਚਾ ਐਵੇਂ ਇਹ ਐਵੇਂ, ਇੱਦਾਂ ਦਾ ਵਾਤਾਵਰਨ ਕਰਨ ਦੀ ਬਜਾਏ ਉਹ ਕੀ ਕਰੇਗਾ, ਕੋਲੈਬੋਰੇਟਿਵ ਮਤਲਬ ਸਹਿਯੋਗ ਵਾਲਾ, ਮਤਲਬ ਕਿ ਦੱਸੇਗਾ ਬੱਚੇ ਆਪਸ ਵਿੱਚ ਸਹਿਯੋਗ ਕਰੋ, ਇਹਨੂੰ ਚੀਜ਼ ਨਹੀਂ ਆਉਂਦੀ ਤੁਸੀਂ ਇਹਨੂੰ ਦੱਸੋ, ਇਹਦੇ ਨਾਲ ਡਿਸਕਸ ਕਰੋ। ਤਾਂ ਉਹ ਸਾਰਿਆਂ ਨਾਲ ਕੀ ਕਰੇਗਾ, ਕੋਲੈਬੋਰੇਟ ਕਰੇਗਾ। ਤਾਂ ਕੋਲੈਬੋਰੇਟਿਵ ਐਂਡ ਕੰਪੀਟੀਟਿਵ ਇਹ ਆਪਾਂ ਨੇ ਖਾਲੀ ਥਾਵਾਂ ਦੇ ਵਿੱਚ ਦੋਸਤੋ ਭਰਨਾ ਸੀ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਫਿਜ਼ੀਕਲ ਐਂਡ ਇਮੋਸ਼ਨਲ ਹੈਲਥ ਆਫ ਚਿਲਡਰਨ ਡੈਸ਼ ਦੇਅਰ ਲਰਨਿੰਗ। ਮਤਲਬ ਕਿ ਜਿਹੜੀ ਫਿਜ਼ੀਕਲ ਅਤੇ ਇਮੋਸ਼ਨਲ ਹੈਲਥ ਹੈ ਬੱਚੇ ਦੀ, ਉਹ ਕੀ ਕਰਦੀ ਹੈ, ਤਾਂ ਇਹ ਇੱਕ ਇੰਪੋਰਟੈਂਟ ਰੋਲ ਨਿਭਾਉਂਦੀ ਹੈ, ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਦੇਅਰ ਲਰਨਿੰਗ। ਉਹਨਾਂ ਦੇ ਸਿੱਖਣ ਦੇ ਵਿੱਚ ਇੱਕ ਕਹਿ ਸਕਦੇ ਮਹੱਤਵਪੂਰਨ ਰੋਲ ਇਹ ਨਿਭਾ ਰਹੀ ਹੈ। ਫਸਟ ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਇਸ ਤਰੀਕੇ ਨਾਲ ਹੋ ਜਾਵੇਗਾ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਦੋਸਤੋ ਕਿ ਥੋਰਨਡਾਈਕ ਨੇ ਕਿਸ ਨਿਯਮ ਨੂੰ ਪੇਸ਼ ਨਹੀਂ ਕੀਤਾ। ਦੇਖੋ ਡਾਇਰੈਕਟ ਕੁਐਸਚਨ ਪਿਆ ਦੋਸਤੋ, ਇਹਦੇ ਵਿੱਚ ਇਹਨਾਂ ਨੇ ਲਿਖ ਵੀ ਇੱਦਾਂ ਹੀ ਦਿੱਤਾ, ਚੇਂਜ ਵੀ ਕੁਛ ਨਹੀਂ ਕੀਤਾ ਪੰਜਾਬ ਵਾਲਿਆਂ ਨੇ। ਮਤਲਬ ਕਿ ਲਾ ਆਫ ਐਕਸਰਸਾਈਜ਼, ਲਾ ਆਫ ਰੈਡੀਨੈਸ, ਲਾ ਆਫ ਇਫੈਕਟ, ਤਿੰਨੋਂ ਲਾ ਆਪਾਂ ਸੇਮ ਟੂ ਸੇਮ ਪੜ੍ਹ ਚੁੱਕੇ ਹਾਂ, ਪਰ ਸਿਰਫ ਇੱਕ ਲਾ ਹੀ ਆਪਾਂ ਨੇ ਪੜ੍ਹਿਆ ਨਹੀਂ, ਜੋ ਕਿ ਥੋਰਨਡਾਈਕ ਨੇ ਦਿੱਤਾ ਹੀ ਨਹੀਂ। ਤਾਂ ਇਸ ਤਰੀਕੇ ਨਾਲ ਦੋਸਤੋ ਆਪਣਾ ਆਪਸ਼ਨ ਬੀ ਹੈ ਜਿਹੜਾ ਇਹ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਦੋਸਤੋ ਵੈਸਟ ਸਟੇਜ ਆਫ ਲਰਨਿੰਗ ਇਜ਼। ਤਾਂ ਇਹਦੇ ਵਿੱਚ ਦੇਖੋ ਮੈਂ ਆਪਸ਼ਨਾਂ ਨੂੰ ਕਿਵੇਂ ਰਿਮੂਵ ਕਰਦਾ, ਤੁਸੀਂ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਧਿਆਨ ਦੇ 'ਚ ਰੱਖੋਗੇ ਦੋਸਤੋ। ਇਹਦੇ ਵਿੱਚ ਆਪਾਂ ਹਾਈ ਫੀਅਰ ਦੀ ਤਾਂ ਗੱਲ ਕਰ ਹੀ ਨਹੀਂ ਸਕਦੇ, ਜਦੋਂ ਕਿ ਡਰ ਹੈ ਜਿਹੜਾ ਉਹ ਜ਼ਿਆਦਾ ਹੋਏਗਾ, ਹਾਈ ਹੋਏਗਾ, ਤਾਂ ਲਰਨਿੰਗ ਹੋ ਹੀ ਨਹੀਂ ਸਕਦੀ, ਵੈਸਟ ਲਰਨਿੰਗ ਹੋ ਹੀ ਨਹੀਂ ਸਕਦੀ। ਤਾਂ ਹਾਈ ਫੀਅਰ ਵਾਲੀਆਂ ਤਾਂ ਦੋਨੇ ਆਪਸ਼ਨਾਂ ਕੈਂਸਲ ਹੋ ਗਈਆਂ। ਉਸ ਤੋਂ ਬਾਅਦ ਇਹਦੇ ਵਿੱਚ ਵੀ ਨੋ ਫੀਅਰ ਹੈ, ਇਹਦੇ ਵਿੱਚ ਵੀ ਨੋ ਫੀਅਰ ਹੈ, ਦੋਨੇ ਸਾਡੇ ਰਾਈਟ ਆਨਸਰ ਹੋ ਸਕਦੇ ਨੇ। ਬਟ ਨੋ ਅਰਾਊਜ਼ਲ ਹੋਣਾ ਚਾਹੀਦਾ, ਮੋਡਰੇਟ ਅਰਾਊਜ਼ਲ ਜਿਹੜਾ ਉਹ ਚੱਲ ਜੂਗਾ। ਤਾਂ ਨੋ ਫੀਅਰ ਅਤੇ ਮੋਡਰੇਟ ਅਰਾਊਜ਼ਲ ਇਹ ਮਤਲਬ ਦੋਏ ਚੀਜ਼ਾਂ ਨੇ ਜਿਹੜੀਆਂ ਉਹ ਵੈਸਟ ਨੇ ਲਰਨਿੰਗ ਦੇ ਲਈ। ਤਾਂ ਇਸ ਤਰੀਕੇ ਨਾਲ ਦੋਸਤੋ ਆਪਾਂ ਨੇ ਆਪਸ਼ਨ ਸੈਕਿੰਡ ਜਿਹੜੀ ਇਹ ਸਿਲੈਕਟ ਕਰ ਲੈਣੀ ਹੈ, ਮੋਡਰੇਟ ਅਰਾਊਜ਼ਲ। ਮਤਲਬ ਕਹਿ ਸਕਦੇ ਆਪਾਂ ਵੀ ਠੀਕ ਅਵਸਥਾ ਦੇ ਵਿੱਚ ਕੀ ਹੋਵੇ, ਉਤੇਜਨਾ, ਹੈ ਨਾ, ਅਰਾਊਜ਼ਲ ਮੀਨਜ਼ ਉਤੇਜਨਾ ਹੋਵੇ। ਨੈਕਸਟ ਕੁਐਸਚਨ ਜੋ ਇਸ ਕਲਾਸ ਦਾ ਲਾਸਟ ਕੁਐਸਚਨ ਹੈ, ਵਿਚ ਆਫ ਫੋਲੋਇੰਗ ਬਲੀਫ ਇਜ਼ ਗੁੱਡ ਫਾਰ ਲਰਨਿੰਗ। ਕਿਹੜਾ ਬਲੀਫ ਹੈ ਜਿਹੜਾ ਇਹਨਾਂ ਦੇ ਵਿੱਚੋਂ ਉਹ ਗੁੱਡ ਹੈ ਲਰਨਿੰਗ ਦੇ ਲਈ। ਅਬਿਲਿਟੀ ਇਜ਼ ਫਿਕਸਡ, ਕਿ ਜਿਹੜੀ ਮਤਲਬ ਯੋਗਤਾ ਉਹ ਫਿਕਸ ਹੈ, ਇਹ ਤਾਂ ਕੋਈ ਗੱਲ ਨਾ ਬਣੀ। ਨੈਕਸਟ ਇਫੋਰਟਸ ਡੋਂਟ ਮੇਕ ਐਨੀ ਡਿਫਰੈਂਸ, ਇਫੋਰਟਸ ਡੋਂਟ ਮੇਕ ਐਨੀ ਡਿਫਰੈਂਸ, ਕੋਈ ਮਤਲਬ ਅੰਤਰ ਹੀ ਨਹੀਂ, ਇਹਨਾਂ ਨਾਲ ਕੋਈ ਡਿਫਰੈਂਸ ਬਣਦੀ ਨਹੀਂ ਕਹਿੰਦੇ ਇਫੋਰਟਸ ਨਾਲ, ਇਹ ਕਿਵੇਂ ਹੋ ਸਕਦਾ ਹੈ। ਫੇਲਰ ਇਜ਼ ਅਨਕੰਟਰੋਲੇਬਲ, ਇਹ ਵੀ ਕੋਈ ਸਹੀ ਗੱਲ ਨਹੀਂ ਹੈਗੀ, ਜਿਹੜੀ ਫੇਲਰ ਹੈ ਵੀ ਉਹ ਅਨਕੰਟਰੋਲੇਬਲ ਹੋਵੇ, ਇਹ ਤਾਂ ਕੰਟਰੋਲ 'ਚ ਹੋਣੀ ਚਾਹੀਦੀ ਹੈ ਫੇਲਰ ਤਾਂ ਆਪਣੀ। ਅਤੇ ਐਬਿਲਿਟੀ ਇਜ਼ ਇੰਪਰੂਵੇਬਲ, ਇਹ ਇੱਕ ਵੈਸਟ ਥੋਟ ਆਪਾਂ ਕਹਿ ਸਕਦੇ ਹਾਂ ਦੋਸਤੋ ਕਿ ਇਹ ਇੱਕ ਸਹੀ ਬਲੀਫ ਹੈਗੇ ਹੈ ਕਿ ਜਿਹੜੀ ਐਬਿਲਿਟੀ ਹੈ, ਯੋਗਤਾ ਹੈ, ਉਹ ਕੀ ਹੈ ਦੋਸਤੋ ਇੰਪਰੂਵੇਬਲ ਹੈ, ਮਤਲਬ ਕਿ ਉਸ ਦੇ ਵਿੱਚ ਸੁਧਾਰ ਕੀਤੇ ਜਾ ਸਕਦੇ ਨੇ। ਕਿਵੇਂ ਸੁਧਾਰ ਕੀਤੇ ਜਾ ਸਕਦੇ ਨੇ, ਉਹ ਆਪਾਂ ਨਿਯਮ ਦੇ ਵਿੱਚ ਪੜ੍ਹ ਹੀ ਚੁੱਕੇ ਹਾਂ, ਕਿੱਦਾਂ ਕਿ ਵਾਰ-ਵਾਰ ਪ੍ਰੈਕਟਿਸ ਕਰਕੇ, ਮਤਲਬ ਕਿ ਲਾ ਆਫ ਐਕਸਰਸਾਈਜ਼ ਜਿਹੜਾ ਇਸ ਚੀਜ਼ ਦੀ ਹੀ ਗੱਲ ਦੋਸਤੋ ਕਰਦਾ ਸੀ ਕਿ ਆਪਾਂ ਕਿਸੇ ਵੀ ਚੀਜ਼ ਨੂੰ ਜਦੋਂ ਵਾਰ-ਵਾਰ ਕਰਦੇ ਹਾਂ, ਹੈ ਨਾ, ਵਾਰ-ਵਾਰ ਉਸ ਦੀ ਵਰਤੋਂ ਕਰਦੇ ਤਾਂ ਆਪਾਂ ਮਹਾਰਤ ਹਾਸਲ ਉਸ ਦੇ ਵਿੱਚ ਕਰ ਲੈਂਦੇ ਹਾਂ। ਤਾਂ ਇਸ ਤਰੀਕੇ ਨਾਲ ਇਹ ਐਬਿਲਿਟੀ ਨੂੰ ਇੰਪਰੂਵ ਵੀ ਕੀਤਾ ਜਾ ਸਕਦਾ ਹੈ। ਦੋਸਤੋ ਆਪਾਂ ਨੇ ਕੁਝ ਕੁਐਸਚਨ ਡਿਸਕਸ ਕੀਤੇ ਨੇ, ਪੂਰਾ ਟੌਪਿਕ ਸੀ ਜਿਹੜਾ ਸਿੱਖਣ ਦੇ ਨਿਯਮ ਵਾਲਾ ਇਹ ਡਿਸਕਸ ਕੀਤਾ ਹੈ। ਸਿੱਖਣ ਦੇ ਟੌਪਿਕ ਨਾਲ ਬਾਕੀ ਰਿਲੇਟਡ ਚੀਜ਼ਾਂ, ਇਸ ਦੇ ਨਾਲ ਰਿਲੇਟਡ ਸਿਧਾਂਤ ਵਗੈਰਾ ਨੇ ਜਿਹੜੇ ਉਹ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਡਿਸਕਸ ਕਰਾਂਗੇ। ਇਸ ਤੋਂ ਬਿਨਾਂ ਜੇਕਰ ਤੁਸੀਂ ਨੇ ਹਾਲੇ ਤੱਕ ਇਹ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸਟੱਡੀ ਫਾਈਟਰ ਨੂੰ ਫੋਲੋ ਨਹੀਂ ਕੀਤਾ ਤਾਂ ਅੱਜ ਹੀ ਕਰੋ, ਵੇਟ ਕਿਹਦੀ ਕਰ ਰਹੇ ਹੋ। ਤਾਂ ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।